बिस्मिल्लाहिर्रहमानिर्रहीम। वेलकम नासर बीजन क्लब। उम्मीद करता हूँ कि सब भाई खैरियत से होंगे। सब भाइयों को हमारी तरफ से अस्सलाम वालेकुम। लो जी दोस्तों, आज शानी भाई आए हैं हमारी तरफ और बड़ी अच्छी बातें भी होंगी और लोगों के दिलों में जहनों के अंदर जो गलत फहमी है, कई दोस्तों ने मुझे फ़ोन करके कहा कि नासर भाई आपने शानी का इतना साथ दिया और शानी भाई ने सरदार साहब से बाजियाँ बरबर कर ली हैं और इसकी रीज़न कुछ और थी जो कि अब शानी भाई से पूछेंगे कि शानी भाई ये क्या मामला था। और सरदार साहब वीडियो के अंदर कह रहे हैं कि शानी भाई ने बाजियाँ जो सी है वो हमारी उधर कन्वर्ट कर दी है और इधर से लाहौर से हमारा शौक़ शानी भाई से ख़त्म हो गया है। तो शानी भाई खुद ही बताएंगे, तो मैं तो फिर बताऊँगा तो फिर मेरी बात तो सरदार साहब को तो आग लगी जाएगी। तो इससे अच्छा मैं इसलिए चुप करके ना शानी भाई से पूछता हूँ कि शानी भाई 2-4 वीडियो पहले एक वीडियो ऐसी देखी गई है जिदे उन्हें कहा जी कि शानी भाई ने बाजियाँ मेरी पिंडियों लग गई ने तो जी इधर दियाँ बाजियाँ ने उन्होंने की बने। अस्सलाम वालेकुम दोस्तों, की हाल है? ठीक हो? अच्छा दोस्तों, मैं पहले भी 2-3 वीडियो के ਵਿੱਚ ਜਿਹੜਾ मैं जिक्र कर चुकिया ਵਾ। देखो सब ਨਾਲ ਵੱਡੀ ਗੱਲ ਪਤਾ ਕਿ ਮੈਂ ਤੇ ਆਲਰੇਡੀ ਇਥੋਂ ਬਾਜ਼ੀਆਂ ਜਿੱਤਿਆ ਤੇ ਮੈਨੂੰ ਉਦੋਂ ਕਨਵਰਟ ਕਰਨ ਦੀ ਜ਼ਰੂਰਤ ਕੀ ਹੈ? ਹੁਣ ਪਹਿਲੇ ਇਹ ਦੱਸੋ, ਇੱਥੇ ਤੇ 2000-5000 ਦੇ ਲੋਕਾਂ ਦਾ ਢੀ ਰੋਣਾ ਪਾਈ ਫਿਰਦੇ ਨੇ, ਮੈਂ 30000 ਰੁਪਏ ਛੱਡ ਰਿਹਾ ਵਾਂ। ਜਿਹੜੀ ਸਰਦਾਰ ਸਾਹਿਬ ਨੂੰ ਆਲਰੇਡੀ ਮੇਰੀ ਛੱਤ ਮੌਜੂਦ ਹੈ। ਅੱਛਾ ਮੌਜੂਦ ਹੈ ਨਾ, ਉਹਦੀ ਛੱਤ ਖਤਮ ਹੋ ਗਈ ਹੈ ਤੇ ਬਾਜ਼ੀ ਕੌਣ ਜਿੱਤਿਆ? ਤੁਸੀਂ ਜਿੱਤੇ। ਹਾਂ, ਉਹ ਜਦੋਂ ਟਾਈਮ ਆਏਗਾ ਮਿਸਾਲ ਦੇ ਤੌਰ ਤੇ ਹੁਣ ਤੇ ਅਸੀਂ ਜਿੱਤੇ ਹੀ ਆ। ਅੱਛਾ 50% ਜਦੋਂ ਇੱਥੋਂ ਪਤਾ ਲੱਗ ਗਿਆ ਕਿ ਉਹਨੇ ਆ ਕੇ ਸ਼ੌਕ ਨਹੀਂ ਕਰਨਾ, ਫਿਰ ਅਸੀਂ 100% ਜਿੱਤ ਜਾਣਾ। ਨਹੀਂ, ਜਿਹੜੀ ਬਾਜ਼ੀਆਂ ਇੱਥੋਂ ਲੱਗੀਆਂ ਨੇ ਲੋਹਰੋਂ ਸਰ ਮੈਂ ਤੁਹਾਨੂੰ ਉਹ ਤੁਹਾਡੀ ਖਤਮ ਹੋ ਗਈਆਂ ਨੇ। ਸਰ ਮੈਂ ਸਗੋਂ ਉਹਨੂੰ ਖਤਮ ਨਹੀਂ, ਉਹਨੂੰ ਛੱਡੀਆਂ ਨੇ। ਖਤਮ ਕਿਸ ਤਰ੍ਹਾਂ ਕਰ ਲੋਗੇ? ਮੈਂ ਤੇ ਆਲਰੇਡੀ ਜਿੱਤਿਆ ਵਾਂ। ਤੇਰੇ ਕੋਲ ਛੱਤ ਹੈ, ਮੇਰੇ ਕੋਲ ਛੱਤ ਮੌਜੂਦ ਹੈ ਤੇ ਮੈਂ ਖਤਮ ਕਿਸ ਤਰ੍ਹਾਂ ਕਰ ਸਕਦਾ ਵਾਂ? ਮੈਂ ਜਨਾਬ ਉਹਨਾਂ ਨੂੰ ਗੱਲ ਕੀਤੀ ਸੀ ਕਿ ਜਨਾਬ ਤੂੰ ਇੰਨੀ ਦੂਰੋਂ ਆਣਾ ਹੈਗਾ ਤੇ ਤੇਰਾ ਆਪਣਾ ਫਾਇਦਾ ਕੋਈ ਨਹੀਂ ਹੈਗਾ, ਪੈਸੇ ਵੀ ਤੇਰੇ ਲੱਗਣਗੇ, ਤੇਰੀ ਮੇਰੀ ਬਾਜ਼ੀ ਵੀ ਪੂਰੀ ਲਿਖੀ ਪਈ ਹੈ ਤੇ ਅਗਰ ਤੂੰ ਨਹੀਂ ਡਾਂਦਾ ਤੇ ਦੋਸਤੋ ਨਾਸਰ ਚਾਹ ਲੈਣ ਗਿਆ ਸੀ ਤੇ ਵਿੱਚ ਗੱਲ ਰੁਕ ਗਈ। ਕਹਿਣ ਦਾ ਮਤਲਬ ਹੈ ਕਿ ਦੇਖੋ ਦੋਸਤੋ, ਗਲਤ ਪੁਆਇੰਟਸ ਗਲਤ ਗੱਲਾਂ ਜਿਹੜੀਆਂ ਨਾ ਉਹ ਨਾ ਕਰਿਆ ਕਰੋ। ਮਿਹਰਬਾਨੀ ਹੈ, ਰਿਕੁਐਸਟ ਹੈ ਤੁਹਾਡੀ। ਅੱਗੇ ਵੀ ਥੋੜ੍ਹੇ ਮਾਮਲਾਤ ਹੋਏ ਨੇ ਜਿਹੜੇ ਅੱਗੇ ਅਸੀਂ ਭੰਬੇ 'ਚ ਪਏ ਰਹੀਏ, ਠੀਕ ਹੈ? ਅਸੀਂ ਸ਼ੋਅ ਕਰਨ ਵਾਲੇ ਬੰਦੇ ਹਾਂ। ਔਰ ਜਿਹੜੀ ਗੱਲ ਕਰ ਰਹੇ ਨੇ ਕਿ ਸਰਦਾਰ ਸਾਹਿਬ ਕਹਿ ਰਹੇ ਨੇ ਕਿ ਬਾਜ਼ੀਆਂ ਕਨਵਰਟ ਹੋਈਆਂ, ਕਨਵਰਟ ਕੋਈ ਨਹੀਂ ਹੋਈਆਂ। ਉੱਥੋਂ ਮੇਰਾ ਪਰਚਾ ਲਿਖਿਆ ਜਾਏਗਾ, ਲਹਿਦਾ ਪਰਚਾ ਲਿਖਿਆ ਜਾਏਗਾ। ਜਿਹੜੀ ਇੱਥੇ ਦੀਆਂ ਬਾਜ਼ੀਆਂ ਲੱਗੀਆਂ ਨੇ, ਮੈਂ ਉਹਨਾਂ ਨੂੰ ਬਾਜ਼ੀਆਂ ਛੱਡੀਆਂ ਕਿਉਂਕਿ ਉਹਨਾਂ ਨੂੰ ਹਾਰ ਹੈਗੀ ਹੈ, ਕਿਉਂਕਿ ਉਹਨਾਂ ਦੀ ਛੱਤ ਖਤਮ ਹੋ ਗਈ ਹੈ, ਮੇਰੀ ਛੱਤ ਮੌਜੂਦ ਹੈ, ਬਾਜ਼ੀ ਪੂਰੀ ਲਿਖੀ ਪਈ ਹੈ। ਮੈਂ ਉਹ ਬਾਜ਼ੀਆਂ ਨੂੰ ਛੱਡੀਆਂ ਜਿਹੜੀਆਂ ਮੇਰਾ ਲੈਣ ਦੇਣ ਨਾ, ਮੈਂ ਉਹਨੂੰ ਛੱਡਿਆ ਤੇ ਮੇਰੀ ਜਿਹੜੀ ਉੱਥੋਂ ਬਾਜ਼ੀ ਲੱਗੀ ਉਹ ਉੱਥੇ ਦਾ ਪਰਚਾ ਲਹਿਦਾ ਲਿਖਿਆ ਜਾਏਗਾ ਕਿਉਂਕਿ ਇੱਥੋਂ ਲੱਗਾ ਹੋਇਆ ਵਿਸਾਖ ਜੇਠ ਦੇ 2 ਤਵਾਰ ਦੇ ਕੋ ਜੇਠ, ਉੱਥੋਂ ਖਾਲੀ ਜੇਠ ਲੱਗਣਾ ਤੇ ਜਾਂ ਖਾਲੀ ਬੱਚਿਆਂ ਦੀ ਬਾਜ਼ੀ ਲੱਗਣੀ ਹੈ। ਅੱਛਾ, ਦੂਸਰੀ ਗੱਲ ਮੈਂ ਤੁਹਾਨੂੰ ਇਹ ਪੁੱਛਾਂਗਾ, ਐਸੀ ਕਿਹੜੀ ਵਜੂਹਾਤ ਹੈਗੀ ਹੈ ਜਿਹੜੀ ਤੁਸੀਂ ਇੱਥੋਂ ਬਾਜ਼ੀਆਂ ਉਹਨੂੰ ਛੱਡ ਰਹੇ ਹੋ? ਕਿਉਂ ਛੱਡ ਰਹੇ ਹੋ? ਸਰ ਉਹ ਮੈਂ ਇੱਕ ਗੱਲ ਕੀਤੀ ਸੀ ਉਸਤਾਦ ਬਿੱਲੇ ਦੀ ਛੱਤ ਹੈ, ਗੱਲ ਵਿਆਹਣਾ ਸੇ ਜਿਹੜਾ ਨਾ ਗੁਜਰਾਂ ਦਾ ਕੰਮ ਹੈ। ਹਾਂਜੀ ਠੀਕ ਹੈ, ਜ਼ੁਬਾਨ ਕੀਤੀ ਸੀ ਤੇ ਜ਼ੁਬਾਨ ਤੋਂ ਛਾਨੀ ਦੌੜਨ ਵਾਲਾ ਬੰਦਾ ਨਹੀਂ ਹੈਗਾ। ਨਾਸਰ ਭਾਈ ਮੈਂ ਉੱਥੇ ਇਹ ਗੱਲ ਕੀਤੀ ਸੀ ਜਦੋਂ ਅਸੀਂ ਸਾਰੇ ਬੈਠੇ ਸੀ ਨਾ, ਜਦੋਂ ਪੈਸੇ ਦੇਣ ਆਇਆ ਸੀ ਤੇ ਉਦੋਂ ਮੈਂ ਗੱਲ ਕੀਤੀ ਸੀ, ਮੈਨੂੰ ਬੜੇ ਪਿਆਰ ਨਾਲ ਕਿ ਮੈਂ ਕਿਹਾ ਯਾਰ ਤੂੰ ਇੰਨੀ ਦੂਰੋਂ ਆਇਆ, ਤੂੰ ਉੱਥੇ ਛੱਤ ਬਣਾਈ, ਛੱਤ ਬਣਾ ਕੇ ਫਿਰ ਪੈਸੇ ਵੀ ਲਾਣੇ ਨੇ, ਅੱਗੋਂ ਤੂੰ ਮੁਹਾਵਤ ਵੀ ਰੱਖੇਗਾ, ਫਿਰ ਤੂੰ ਖਰਚਾ ਵੀ ਕਰੇਗਾ। ਤੇ ਮੇਰਾ ਭਰਾ ਤੂੰ ਚੁੱਪ ਕਰਕੇ ਨਾ, ਮੈਨੂੰ ਕਿਹਾ ਕਿ ਚੁੱਪ ਕਰਕੇ ਤੂੰ ਉੱਥੋਂ ਬਾਜ਼ੀਆਂ ਖਤਮ ਕਰ ਤੇ ਜਾ ਤੂੰ ਉੱਥੇ ਜਾ ਕੇ ਸਕੂਨ ਕਰ, ਉੱਥੇ ਜਾ ਕੇ ਆਪਣਾ ਸ਼ੋਅ ਕਰ। ਇਹਨੇ ਕਿਹਾ ਨਹੀਂ ਬਾਜ਼ੀਆਂ ਨਹੀਂ ਕੈਂਸਲ ਹੋਣੀਆਂ, ਬਾਜ਼ੀਆਂ ਨਹੀਂ ਕੈਂਸਲ ਹੋਣੀਆਂ। ਮੈਂ ਕਿਹਾ ਚੱਲ ਠੀਕ ਹੈ, ਫਿਰ ਜਦੋਂ ਟਾਈਮ ਆਏਗਾ ਦੇਖਿਆ ਜਾਏਗਾ। ਉਹ ਅਲਬੱਤਾ ਫਿਰ ਟਾਈਮ ਐਸਾ ਗੁਜ਼ਰਿਆ ਕਿ ਉਹ ਛੱਤ ਪਤਾ ਲੱਗਾ ਟੋਟਲ ਖਤਮ ਹੋ ਗਈ। ਉਹ ਜਿਹੜੀ ਅਸੀਂ ਛੱਡਣ ਵਾਲੀ ਗੱਲ ਹੋ ਗਈ ਸੀ, ਉਹ ਫਿਰ ਹੁਣ ਅਸੀਂ ਇਸ ਤਰ੍ਹਾਂ ਹੈਗਾ ਕਿ ਅਸੀਂ ਇਹ ਕਹਿ ਸਕਦੇ ਹਾਂ ਭਾਈ ਤੈਨੂੰ ਪੈਸੇ ਛੱਡੇ, ਕਿਉਂਕਿ ਬਾਜ਼ੀ ਤਾਂ ਸਾਡੀ ਆਲਰੇਡੀ ਲੱਗੀ ਸੀ। ਉਹਦੇ ਨਾਸਰੀ ਪੈਸਿਆਂ ਤੋਂ ਹੀ ਰਿਹਾ। ਉਹ ਯਾਰ ਕੋਈ ਨਹੀਂ, ਦੇਖ ਇੱਥੇ 2000-5000 ਦਾ ਢੰਡੀ ਰੋਣਾ ਸਬੂਤ ਅੱਗੇ ਵੀ ਕੋਈ ਨਹੀਂ ਤੇ ਨਾ ਮਿਲਣੇ ਨੇ, ਠੀਕ ਹੈ? ਲੋਕਾਂ ਨੇ ਜਿਹੜਾ ਕੋਈ ਦੋ ਸਾਡੇ ਵੀਰ ਭਰਾ ਨੇ, ਮੈਂ ਐਸੀ ਵਈਆਂ ਤੋਂ ਜਿਹੜਾ ਹੈਗਾ ਨਾ ਦਾਤਾਂ ਹੀ ਖਾਣੀਆਂ ਛੱਡਤੀਆਂ ਨੇ। ਕਿਉਂ ਕਿ ਅੱਲਾਹ ਪਾਕ ਦਾ ਬੜਾ ਸ਼ੁਕਰ ਹੈ, 1000 ਰੁਪਇਆ ਖਰਚੋ ਤੇ 3 ਦੋਸਤ ਜਿਹੜੇ ਹੈਗੇ ਨਾ, ਮੈਂ ਕਹਿੰਦਾ VIP ਖਾਣਾ ਖਾ ਲੈਂਦਾ ਹੀ ਹੈ। ਹਾਂਜੀ VIP ਬਹੁਤੀ ਗੱਲ ਚਲੋ 2000 ਲੱਗ ਜਾਏਗਾ, 3 ਲੱਗ ਜਾਏਗਾ, ਲੇਕਿਨ ਇਹ ਹੈਗਾ ਕਿ ਯਾਰ ਇਨਸਾਨ ਨੂੰ ਪਤਾ ਹੁੰਦਾ ਕਿ ਅਸੀਂ ਪੱਲਿਓਂ ਖਾਧਾ। ਕਿਉਂਕਿ ਹੁਣ ਸਾਨੂੰ ਅਗਰ ਕੋਈ ਦਾਵਤ ਵੀ ਜਾਂਦਾ ਨਾ ਤੇ ਖੁਦਾ ਦੀ ਕਸਮੇ ਡਰ ਲੱਗੇਗਾ ਉੱਥੇ ਜਾਂਦੇ ਹੋਏ। ਉਹ ਇਸ ਕਰਕੇ ਕਿ ਡਰ ਲੱਗਦਾ ਕਿ ਲੋਕੀ ਨਾ ਲੋਕੀ ਨਹੀਂ, ਚੰਦ ਲੋਕ ਜਿਹੜੇ ਚੰਦ ਲੋਕ ਜਿਹੜੇ ਭਲਾ ਕਰਕੇ, ਠੀਕ ਹੈ? ਦੇਖੋ ਇਹ ਜ਼ਿੰਦਗੀ ਹੈ, ਜ਼ਿੰਦਗੀ ਦੇ ਇਨਸਾਨ ਦੇ ਵਿੱਚ ਨਾ ਅੱਛੇ ਬੁਰੇ ਵਕਤ ਆਉਂਦੇ ਰਹਿੰਦੇ ਨੇ।
ਬਾਜ਼ ਕਾ ਅੱਛੇ ਵਕਤ ਬਣ ਜਾਂਦੇ, ਬਾਜ਼ ਕਾ ਬੁਰੇ ਵਕਤ ਵੀ ਬਣ ਜਾਂਦੇ ਨੇ। ਤੇ ਅਗਰ ਕੋਈ ਕਿਸੇ ਕੋਲੋਂ ਹੈਲਪ ਮੰਗ ਲੈਂਦਾ ਤਾਂ ਬੁਰੀ ਗੱਲ ਨਹੀਂ ਹੈਗੀ ਯਾਰ, ਅਗਰ ਉਹਨੇ ਹੈਲਪ ਮੰਗੀ ਤਾਂ ਤੁਸੀਂ ਨਾ ਕਰੋ, ਨਾ ਕਰ ਦਿਓ ਨਾ, ਇਹ ਤੇ ਅੱਲਾਹ ਪਾਕ ਵਸੀਲਾ ਬਣਾਉਂਦਾ ਹਰ ਬੰਦੇ ਦਾ। ਐਸੇ ਤਰ੍ਹਾਂ ਹੀ ਅਸੀਂ ਵੀ ਲਏ ਨੇ, ਸਾਡੇ ਵੀ ਬੜੇ ਦੋਸਤ ਵੀਰ ਭਰਾ ਨੇ ਤੇ ਅਸੀਂ ਦੇ ਵੀ ਰਹੇ ਆ, ਪਿਆਰ ਮੁਹੱਬਤ ਵੀ ਕਿਉਂਕਿ ਹੋ ਜਾਂਦਾ ਬੰਦੇ ਨਾਲ। ਅਸੀਂ ਕਹਿੰਦੇ ਕਿ ਸੋਨੇ ਦੀਆਂ ਚਮਚੀਆਂ ਮੂੰਹ 'ਚ ਲੈ ਕੇ ਪੈਦਾ ਹੋਏ ਆ, ਉਹ ਜਿਹੜੇ ਕੁਝ ਦੋਸਤ ਹੈਗੇ ਨੇ ਉਹ ਵੀ ਸੋਨੇ ਦੀਆਂ ਚਮਚੀਆਂ ਲੈ ਕੇ ਨਹੀਂ ਪੈਦਾ ਹੋਏ। ਕਹਿੰਦਾ ਮਤਲਬ ਕਿ ਅੱਲਾਹ ਪਾਕ ਨੇ ਉਹਨਾਂ ਦੀ ਸੁਣ ਲਈ। ਤੇ ਜਿਹੜੇ ਸ਼ਾਨੀ ਭਾਈ ਜਿਹੜੇ ਭੇਜਦੇ ਵੀ ਨਹੀਂ ਤੇ ਐਵੇਂ ਗੱਲਾਂ ਇੰਟਰਵਿਊ ਦੇਣ ਖਲੋ ਜਾਂਦੇ ਨੇ ਕਿ ਜੀ ਮੈਂ ਇਹਨੂੰ ਇੰਜ ਕੀਤਾ ਤੇ ਮੈਂ ਇਹਨੂੰ ਨਹੀਂ, ਇੰਜ ਮੈਂ ਕੀਤਾ, ਉਹ ਉਹਨਾਂ ਦੇ ਬਾਰੇ 'ਚ ਕੀ ਕਹਿਣਾ? ਮੈਂ ਜ਼ਰੂਰ ਇਹ ਬਾਬੂ ਭਾਈ ਲਈ ਮੇਰਾ ਬੜਾ ਅੱਛਾ ਪੈਗਾਮ ਹੈ। ਬਾਬੂ ਭਾਈ ਮੈਂ ਤੁਹਾਡਾ ਖਾਦਾ ਔਰ ਦਿਲੋਂ ਜਨਾਬ ਮੈਂ ਤੁਹਾਡੀ ਇੱਜ਼ਤ ਕਰਨਾ, ਸਲਾਮ ਕਰਨਾ, ਲੇਕਿਨ ਜਿਹੜੀ ਚੰਦ ਗੱਲਾਂ ਸੀ ਤੁਸੀਂ ਅੱਛੀਆਂ ਨਹੀਂ ਕੀਤੀਆਂ। ਹਾਲਾਂਕਿ ਉਹ ਦਿਨ ਮੈਂ ਅਗਰ ਤੁਸੀਂ ਮੈਨੂੰ ਕਹਿੰਦੇ ਯਾਦ ਹੈ ਤੁਹਾਨੂੰ ਕਿ ਮੈਂ ਤੁਹਾਨੂੰ ਕਹੀ ਮੇਰੇ ਮੋਬਾਈਲ ਦੇ ਸਪੀਕਰ ਦਾ ਮਸਲਾ ਹੋ ਗਿਆ, ਤੁਸੀਂ ਕਿਹਾ ਸ਼ਾਨੀ ਭਾਈ, ਤੁਸੀਂ ਮੈਨੂੰ ਕਾਲ ਕੀਤੀ ਸੀ ਤੇ ਤੁਸੀਂ ਕਿਹਾ ਸ਼ਾਨੀ ਭਾਈ ਕਿ ਮਸਲਾ, ਮੈਂ ਕਿਹਾ ਸਪੀਕਰ ਦਾ ਮਸਲਾ ਹੈ, ਤੁਸੀਂ ਕਿਹਾ ਕਿ ਸ਼ਾਨੀ ਭਾਈ ਹੁਕਮ ਕਰੋ ਕੱਲ ਹੀ ਮੋਬਾਈਲ ਲੈ ਲਈਏ। ਮੈਂ ਕਿਹਾ ਬਾਬੂ ਭਾਈ ਬੜੀ ਮਿਹਰਬਾਨੀ, ਅਲੀ ਜਗ੍ਹਾ ਅੱਗੇ ਇੰਝ ਮੈਂ ਕਿਹਾ ਬਾਬੂ ਭਾਈ ਤੁਹਾਨੂੰ ਮੈਂ ਕਿ ਅੱਲਾਹ ਪਾਕ ਤੁਹਾਨੂੰ ਤੰਦਰੁਸਤੀ ਔਰ ਸਿਹਤ ਵਾਲੀ ਜ਼ਿੰਦਗੀ ਦੇ ਜਨਾਬ। ਇਨਸ਼ਾਅੱਲਾ ਮੇਰਾ ਮੋਬਾਈਲ ਠੀਕ ਹੋ ਗਿਆ, ਸਮਝ ਲਓ ਕਿ ਹੋ ਜਾਏਗਾ, ਕਹਿਣ ਦਾ ਮਤਲਬ ਹੈ। ਤੇ ਅਗਰ ਮੈਂ ਮੋਬਾਈਲ ਲਿਆ ਹੁੰਦਾ ਤਾਂ ਬਾਬੂ ਭਾਈ ਮੇਰੇ ਵੀ ਇਹਦੇ ਸੰਗੇ ਦੇ ਵਿੱਚ ਜਿਹੜੀ ਨਾ ਇੱਕ ਹੱਡੀ ਫਸੀ ਹੋਣੀ ਸੀ, ਨਾ ਮੈਂ ਕੱਢ ਸਕਣਾ ਸਾਂ ਤੇ ਨਾ ਮੈਂ ਅੰਦਰ ਕਰ ਸਕਣਾ। ਮੈਂ ਸ਼ਾਨੀ ਤੁਹਾਨੂੰ ਅੱਲਾਹ ਦਾ ਬੜਾ ਸ਼ੁਕਰ ਹੈ। ਮੈਂ ਤੁਹਾਨੂੰ ਗੱਲ ਦੱਸਣਾ ਵਾ, ਦੇਖੋ ਜੋ ਵੀ ਅਸੀਂ ਕੱਲ ਗੱਲਾਂ ਕੀਤੀਆਂ ਹੱਕ ਸੱਚ ਦੀਆਂ ਮੈਂ ਕੀਤੀਆਂ, ਮੈਂ ਕੋਈ ਝੂਠ ਨਹੀਂ ਮਾਰਿਆ, ਠੀਕ ਹੈ। ਬੱਬੂ ਭਾਈ ਨੇ ਮੈਨੂੰ ਫੋਨ ਕੀਤਾ ਕਿ ਨਾਸਰ ਭਾਈ ਮੈਂ ਨਾ ਫਲਾਣੇ ਬੰਦੇ ਨੂੰ ਨਾ ਨਹੀਂ ਮੈਂ ਉਹਦਾ ਲਾਂਗਾ, ਮੈਨੂੰ ਤੁਹਾਡੀ ਤੇ ਸ਼ਾਨੀ ਭਾਈ ਦੀ ਨਾ ਦਾਵਤ ਵਾਸਤੇ ਨਾ ਪੈਸੇ ਘੱਲੇ ਨੇ, ਠੀਕ ਹੈ। ਮੈਂ ਵੀ ਗਿਆ, ਤੂੰ ਵੀ ਗਿਆ, ਐਸੇ ਤਰ੍ਹਾਂ ਹੀ ਦਾਵਤ ਖਾਧੀ, ਉਹਨਾਂ ਦੀ ਮਿਹਰਬਾਨੀ, ਉਹਨਾਂ ਨੇ ਸਾਨੂੰ ਨਹੀਂ ਭੇਜੇ, ਉਹਨੂੰ ਫਲਾਣੇ ਨੂੰ ਭੇਜੇ, ਠੀਕ ਹੈ। ਉਸ ਤੋਂ ਬਾਅਦ ਦਾਵਤ ਤੋਂ ਬਾਅਦ ਉਸੇ ਹੀ ਰਾਤ ਨੂੰ ਮੈਨੂੰ ਬੱਬੂ ਭਾਈ ਦਾ ਫੋਨ ਆਉਂਦਾ ਕਿ ਨਾਸਰ ਭਾਈ ਹੈ ਨਾ ਮੈਂ ਤੁਹਾਨੂੰ ਨਾ ਕੁਝ ਪੈਸੇ ਘੱਲਾਂਗਾ ਤੇ ਤੁਸੀਂ ਨਾ ਆਪਣੀ ਛੱਤ ਦੇ ਉੱਤੇ ਨਾ ਜਰਾ ਚੰਗਾ ਜਿਹਾ ਫੰਕਸ਼ਨ ਕਰਕੇ ਨਾ ਤੇ ਮੇਰਾ ਨਾਂ ਲੈ ਕੇ ਨਾ ਜਰਾ ਪਾਰਟੀ ਕਰਨਾ। ਮੈਂ ਅੱਜ ਵੀ ਇਹੀ ਗੱਲ ਕਹਾਂਗਾ, ਮੈਂ ਉਦੋਂ ਵੀ ਇਹੀ ਗੱਲ ਕੀਤੀ ਸੀ ਬੱਬੂ ਭਾਈ ਨੂੰ ਕਿ ਬੱਬੂ ਭਾਈ ਤੁਹਾਡੀ ਬੜੀ ਮਿਹਰਬਾਨੀ ਹੈ ਕਿ ਤੁਸੀਂ ਸਾਨੂੰ ਇੰਨਾ ਹੀ ਕਹਿਤਾ ਬਹੁਤ ਹੈ। ਤੇ ਜਿਹੜਾ ਤੁਸੀਂ ਇੰਟਰਵਿਊ ਦੇ ਵਿੱਚ ਕਹਿ ਰਹੇ ਹੋ ਕਿ ਜੀ ਨਾਸਰ ਭਾਈ ਨੇ ਮੇਰੇ ਕੋਲੋਂ ਪੈਸੇ ਮੰਗੇ ਨੇ, ਬਹੁਤ ਜੀ ਇਹ ਹੱਕ ਸਾਈ ਦੀਆਂ ਗੱਲਾਂ ਜਿਹੜੀਆਂ ਨੇ ਨਾ, ਇਹ ਵਕਤੀ ਤੌਰ ਦੀਆਂ ਗੱਲਾਂ ਤੁਸੀਂ ਕਰਕੇ ਤੇ ਚਲੇ ਜਾਂਦੇ ਹੋ, ਮਗਰ ਇਹਦਾ ਰਿਜ਼ਲਟ ਜਿਹੜਾ ਨਾ ਬਾਅਦ 'ਚ ਆਉਂਦਾ। ਜੇ ਤਾਂ ਤੁਸੀਂ ਮੈਨੂੰ ਕੋਈ ਪੈਸੇ ਘੱਲੇ ਨੇ, ਕੋਈ ਸਕਰੀਨ ਸ਼ਾਟ ਜਾਂ ਮੇਰਾ ਕੋਈ ਵਾਇਸ ਮੈਸੇਜ ਜਾਂ ਪਰਚੀ ਮੈਨੂੰ ਦਿਖਾ ਦਿਓ ਕਿ ਨਾਸਰ ਭਾਈ ਨੂੰ ਮੈਂ ਇਹ ਪੈਸੇ, ਇੱਕ ਹਵਾ ਦੇ ਵਿੱਚ ਤਲਵਾਰ ਚਲਾਣਾ ਨਾ ਤੇ ਉਹ ਬੱਬੂ ਭਾਈ ਅੱਛੀ ਨਹੀਂ ਹੁੰਦੀ, ਉਹ ਵੀ ਕਿਸੇ ਦੇ ਕਹਿਣ ਤੇ ਬੱਬੂ ਭਾਈ, ਠੀਕ ਹੈ। ਤੇ ਅਸੀਂ ਉਦੋਂ ਵੀ ਤੁਸੀਂ ਮੈਨੂੰ ਕਿਹਾ ਜੀ 14 ਅਗਸਤ ਦਾ ਤੁਸੀਂ ਕੱਪ ਉਡਾਓ, ਠੀਕ ਹੈ, ਤੇ ਮੈਂ ਤੁਹਾਨੂੰ ਨਾ ਪੈਸੇ ਭੇਜਾਂਗਾ, ਤੁਸੀਂ ਛੱਤ ਤੇ ਫੰਕਸ਼ਨ ਕਰਨਾ। ਮੈਂ ਉਹਨਾਂ ਨੂੰ ਉਦੋਂ ਵੀ ਕੋਈ ਗੱਲ ਕਹੀ ਸੀ ਕਿ ਬੱਬੂ ਭਾਈ ਅੱਲਾਹ ਦਾ ਸ਼ੁਕਰ ਹੈ ਅਲਹਮਦੁਲਿਲਾ ਜਿਸ ਘਰ 'ਚ ਅਸੀਂ ਬੈਠੇ ਹਾਂ ਨਾ, ਇਹ ਵੀ ਮਾਸ਼ਾਅੱਲਾ ਸਾਡਾ ਆਪਣਾ ਹੈ, ਠੀਕ ਹੈ। ਧਰਮਪੁਰੇ 'ਚ ਵੀ ਮਾਸ਼ਾਅੱਲਾ ਸਾਡੇ 2-3 ਘਰ ਹੈ ਨੇ ਤੇ 6 ਮਰਲੇ 'ਚ ਮੈਂ ਬੈਠਾ ਹਾਂ। ਤੇ ਮੈਨੂੰ ਦੱਸੋ ਕਿ ਮੇਰੇ ਕੋਲ ਮੋਹਸਨ ਭਾਈ, ਵਕਾਰ ਸ਼ਾਹ, ਹਾਂ ਆਪਣਾ ਕਾਮਰਾਨ ਭਾਈ, ਇਹ ਵਕਾਰ ਸ਼ਾਹ ਉਹ ਬੰਦਾ ਹੈਗਾ ਕਿ ਜਦੋਂ ਸਾਡਾ ਚੈਨਲ ਬਣੇ ਸੀ ਨਾ, ਸਭ ਤੋਂ ਜ਼ਿਆਦਾ ਸਾਥ ਇਸ ਬੰਦੇ ਨੇ ਵਕਾਰ ਭਾਈ ਨੇ ਦਿੱਤਾ ਸੀ। ਔਰ ਇਹਦੀ ਜਗ੍ਹਾ ਕੀ ਆ, ਮੈਂ ਜਿਹੜੀ ਗੱਲ ਅੱਜ ਹੁਣ ਕਰਾਂਗਾ ਨਾ, ਹੁਣ ਜਿਹੜੀ ਕਰਾਂਗਾ ਔਰ ਖੁਦਾ ਦੀ ਕਸਮ ਹੱਕ ਦਾ ਖਾਸਤੇ ਕਰਾਂਗਾ। ਮੈਂ ਇਹ ਗੱਲ ਅੱਜ ਨਾਸਰ ਸਾਹਮਣੇ ਨਹੀਂ ਕਰ ਰਿਹਾ, ਮੇਰੀ ਪਰਸੋਂ ਵੀ ਗੱਲ ਹੋਈ ਸੀ ਇੱਕ ਜਗ੍ਹਾ ਤੇ ਬੈਠਾ ਸੀ, ਉਸ ਤੋਂ ਪਹਿਲੇ ਵੀ ਮੇਰੀ ਗੱਲ ਜਗ੍ਹਾ ਹੋਈ ਸੀ। ਕਮ ਸੇ ਕਮ ਮੇਰੇ ਖਿਆਲ ਦੇ ਵਿੱਚ ਕੋਈ ਮਹੀਨੇ ਦੇ ਵਿੱਚ ਨਾ ਕੋਈ 5-6 ਜਗ੍ਹਾ ਦੀ ਗੱਲ ਹੋਈ ਹੈ। ਔਰ ਆਪਣੇ ਮਹਿਮਾਨ ਦੀ ਗੱਲ ਕਰ ਰਿਹਾ, ਮੈਂ ਝੂਠ ਨਹੀਂ ਬੋਲਾਂਗਾ। ਦੇਖੋ ਜ਼ਿੰਦਗੀ ਔਰ ਮੌਤ ਮੇਰੇ ਅੱਲਾਹ ਪਾਕ ਦੇ ਹੱਥ 'ਚ, ਫੂਕ 1 ਮਿੰਟ ਤੋਂ ਪਹਿਲੇ ਨਿਕਲ ਜਾਏ ਪਤਾ ਕੋਈ ਨਹੀਂ ਜੇ, ਠੀਕ ਹੈ, ਕਿਸ ਚੀਜ਼ ਦੀ ਆਕੜ ਹੈਗੀ ਹੈ। ਮੈਂ ਗੱਲ ਜ਼ਰੂਰ ਕੀਤੀ ਸੀ, ਮੈਂ ਕਿਹਾ ਉਹ ਚੈਨਲ ਦੀ ਇੱਕ ਨਾ ਗੱਲ ਹੋ ਰਹੀ ਸੀ ਕਿ ਯਾਰ ਦੋਸਤ ਦਾ ਚੈਨਲ ਜਿਹੜਾ ਹੈਗਾ ਨਾ ਉਹਨੂੰ ਪ੍ਰਮੋਟ ਕਰਨਾ। ਫਿਰ 1-2 ਬੰਦਿਆਂ ਨੇ ਕਪਤਾਨ ਜੀ ਦੇ ਬਾਰੇ 'ਚ ਜਾਂ ਨਾਸਰ ਦੇ ਬਾਰੇ 'ਚ ਜਾਂ ਮੇਰੇ ਬਾਰੇ ਜਾਂ ਕਿਸੇ ਦੇ ਬਾਰੇ 'ਚ ਉਹਨਾਂ ਗੱਲ ਕੀਤੀ। ਮੈਂ ਕਿਹਾ ਮੇਰੇ ਲਈ ਨਾਸਰ 100/100 ਚੰਗਾ ਹੈ, ਕਿਉਂਕਿ ਨਾਸਰ ਨੇ ਮੈਨੂੰ ਕਦੀ ਗਲਤੀ ਨਹੀਂ ਕੀਤਾ। ਨਾਸਰ ਨੇ ਅਗਰ ਮੈਂ ਇੱਥੇ ਅੱਜ ਪਹੁੰਚਿਆ, ਸਭ ਨਾਲ ਪਹਿਲੇ ਮੇਰਾ ਸੋਨਾ ਅੱਲਾਹ ਪਾਕ ਮੇਰੇ ਵੱਡੇ, ਉਸ ਤੋਂ ਬਾਅਦ ਨਾਸਰ ਭਾਈ ਨੇ। ਨਹੀਂ ਜੀ ਮੈਂ ਕਿਉਂਕਿ ਨਾਸਰ ਭਾਈ ਵਾਹਦ ਉਹ ਬੰਦਾ ਸੀ ਜਿਹਨੇ ਮੇਰੀ ਵੀਡੀਓ ਸ਼ੇਅਰ ਕੀਤੀਆਂ ਨੇ, ਜਿਹੜਾ ਮੈਨੂੰ ਇਸ ਮੁਕਾਮ ਤੇ ਲੈ ਕੇ ਆਇਆ। ਉਸ ਤੋਂ ਬਾਅਦ ਮੇਰੇ ਆ ਜਾਂਦੇ ਨੇ ਵਕਾਰ ਭਾਈ, ਜਿਨ੍ਹਾਂ ਨੇ ਰਾਤ ਨੂੰ 2 ਵਜੇ ਹਾਲਾਂਕਿ ਸਪੇਨ 'ਚ ਤੇ ਅਸੀਂ ਇੱਥੇ ਹੁੰਦੇ ਸਾਂ ਤੇ ਉਹਨਾਂ ਦਾ ਚਲੋ ਟਾਈਮ ਹੋਰ ਹੋ ਜਾਂਦਾ ਸੀ, ਲੇਕਿਨ 2 ਤੋਂ 3 ਵੀ ਵੱਜ ਜਾਂਦੇ ਸਾਨੂੰ, ਅਸੀਂ ਰਾਤ ਨੂੰ ਗੱਲਾਂ ਕਰਦੇ ਹੁੰਦੇ ਸੀ। ਹਾਂਜੀ ਤੇ ਉਹਨਾਂ ਨੇ ਮੇਰਾ ਸਭ ਤੋਂ ਜ਼ਿਆਦਾ ਸਾਥ ਇਸ ਚੀਜ਼ 'ਚ ਚੈਨਲ ਚਲਾਉਣ ਦੇ ਮੇਰੇ ਨਾਲ ਵੀ ਐਸੀ ਤਰ੍ਹਾਂ ਹੀ ਸੀ ਕਿ ਸਾਈ ਦਿਹਾੜੀ ਮੇਰੀ ਵੀਡੀਓ ਲਾਈ ਰੱਖਣੇ ਨੇ। ਮੇਰਾ ਦਿਲ ਆ, ਮੈਂ ਇੱਕ ਟਾਈਮ ਤੇ ਮੈਂ ਬਾਗੀ ਹੋ ਗਿਆ ਕਿ ਯਾਰ ਮੈਂ ਨਹੀਂ ਚਲਾਉਣਾ ਚਲਾਉਂਦਾ। ਵਕਾਰ ਭਾਈ ਨੇ ਮੈਨੂੰ ਕਿਹਾ ਚਲਾ ਯਾਰ, ਨਾਸਰ ਭਾਈ ਚਲਾ ਯਾਰ, ਕੁਝ ਨਹੀਂ ਹੁੰਦਾ। ਮੈਨੂੰ ਵੀ ਇਹੀ ਕਿਹਾ। ਐਸੇ ਤਰ੍ਹਾਂ ਆਏ ਆ ਤੇ ਅਸੀਂ ਇਹਨਾਂ ਲੋਕਾਂ ਨੇ ਸਾਡਾ ਇਹਨਾਂ ਸਾਥ ਦਿੱਤਾ। ਜੇ ਸਾਨੂੰ ਲੋੜ ਹੈਗੀ ਦਾਵਤਾਂ ਨਹੀਂ ਆ ਤੇ ਯਾਰ ਸਾਨੂੰ ਕੋਈ ਅੱਲਾ ਮਾਫੀ ਦੱਸੀ, ਇਹਨਾਂ ਨੂੰ ਕਹਾਂਗੇ ਸਾਨੂੰ ਭੇਜਣਗੇ। ਯਾਰ ਅੱਗੇ ਵੀ ਵਕਾਰ ਭਾਈ ਨੂੰ ਕਿਹਾ, ਹੁਣ ਵੀ ਅਸੀਂ ਵਕਾਰ ਭਾਈ ਨੂੰ ਕਹਿੰਦੇ ਖੁਦਾ ਦੀ ਕਿਸਮਤ ਤੋਂ ਪਹਿਲੇ ਨਾਲ ਗੱਲ ਕਰਨੋਂ ਸਾਡਾ ਉਹਨਾਂ ਨਾਲ ਪਿਆਰ ਮੁਹੱਬਤ ਦੀ। ਮੌਸਮ ਭਾਈ ਹੋ ਗਏ, ਕਾਮਰਾਨ ਭਾਈ, ਹੋਰ ਕਈ ਐਸੇ ਨੇ
ਜੋਨ ਭਾਈ ਨੇ, ਨਾਸਰ ਸ਼ਾਹ ਸਾਹਿਬ ਨੇ, ਮੈਂ ਜੋਨ ਭਾਈ ਨੂੰ ਵੇਖ ਲੈ, ਤਨਵੀਰ, ਉਹ ਯਾਰ ਕਈ ਐਸੇ ਉਸਤਾਦ ਨੇ ਜਿਹੜੇ ਖੁਦਾ ਦੀ ਕਸਮੇ ਇੰਜ ਕਰਕੇ ਮੂੰਹੋਂ ਗੱਲ ਨਹੀਂ ਕੀਤੀ। ਅਲੀ ਭਾਈ ਜਿਨ੍ਹਾਂ ਦੇ ਜੋੜੇ ਨਾਸਰ ਕੋ ਵੀ ਪਏ ਨੇ, ਮੇਰੇ ਕੋ ਵੀ ਪਏ ਨੇ, ਤੇ ਦੇਖੋ ਇਸ ਤਰ੍ਹਾਂ ਨਾ ਪੁੱਛਿਆ ਵੀ ਨਹੀਂ। ਜਦੋਂ ਇਸ ਤਰ੍ਹਾਂ ਜਦੋਂ ਅਸੀਂ ਤੁਹਾਨੂੰ ਕਹਿੰਦੇ ਹੀ ਨਹੀਂ ਤੇ ਯਾਰ ਤੁਸੀਂ ਗਲਤ ਬਿਆਨ ਲੋਕਾਂ ਨੂੰ ਦਵੋਗੇ ਤੇ ਯਾਰ ਅਫਸੋਸ ਤੇ ਹੁੰਦਾ ਹੈ ਨਾ। ਹੋਰ ਇੱਕ ਬੜੀ ਮਜ਼ੇਦਾਰ ਗੱਲ ਜੇ, ਦੇਖੋ ਸਾਰੇ ਹੀ, ਮੈਂ ਕਿਸੇ ਨੂੰ ਨਿਸ਼ਾਨਾ ਨਹੀਂ ਬਣਾ ਰਿਹਾ, ਠੀਕ ਹੋ ਗਿਆ। ਇੱਕ ਭਰਾ ਨੇ ਕਹੀ ਸਭ ਦਾ ਐਕਸਲ ਅਕਾਊਂਟ ਦਾ ਕੋਈ ਰੋਲੇ ਦੀ ਗੱਲ ਹੋ ਰਹੀ ਸੀ, ਤੇ ਮੇਰਾ ਐਕਸਲ ਅਕਾਊਂਟ ਬੰਦ ਕਰਕੇ ਤਾਂ ਹਾਂ ਤੇਰਾ ਕੋਈ ਤੂੰ ਸਾਰਿਆਂ ਦੇ ਕਰ ਸਕਣਾ, ਬਹੁਤ ਵੱਡਾ ਯੂਟਿਊਬਰ ਹੈ, ਬੰਦ ਕਰਕੇ ਤਾਂ ਹਾਂ। ਮੇਰਾ YouTube ਦਾ ਅਕਾਊਂਟ ਹੀ ਉਸ ਬੰਦੇ ਦੇ ਹੱਥ 'ਚ ਕਿ ਜਦੋਂ ਉਹ ਭਰਾ ਮੇਰਾ ਜਦੋਂ 2012 ਦੇ ਵਿੱਚ ਉਹਨੂੰ 골ਡਨ ਸਿਲਵਰ ਬਟਨ ਮਿਲਿਆ ਸੀ ਉਸਮਾਨ ਨੂੰ, ਤੇ ਉਦੋਂ ਦੇ ਇਹਨਾਂ ਨੂੰ ਹੁਣ ਲੋਕਾਂ ਨੂੰ ਹੁਣ ਆ ਕੇ 2024 ਦੇ ਵਿੱਚ 골ਡਨ ਬਟਨ ਮਿਲ ਰਿਹਾ ਮੇਰੇ ਭਰਾ ਨੂੰ। ਤੇ ਮੇਰੀ ਜਾਨ ਦਾ ਟੋਟਲ ਮੇਰਾ ਚੈਨਲ ਮੈਂ ਉਦੋਂ ਵੀ ਕਿਹਾ ਸੀ, ਇੱਕ ਛੋਟੇ ਬੱਚੇ ਨੇ ਬਣਾਇਆ, ਕਾਮਯਾਬ ਮੇਰੇ ਦੋਸਤਾਂ ਵੀਰਾਂ ਭਰਾਵਾਂ ਨੇ ਕੀਤਾ, ਸੋਹਣੇ ਰੱਬ ਨੇ ਕੀਤਾ। ਨਾਸਰ ਭਾਈ ਉਹਨੇ ਫਸਟ ਲਿਸਟ ਤੇ ਜਿਹੜੇ ਨੇ, ਪਹਿਲੇ ਤਾਂ ਮੈਂ ਪਹਿਲੇ ਕਿਹਾ ਕਿ ਸੋਹਣਾ ਮਾਲਕ ਉਹ ਮੇਰੇ ਵੱਡੇ ਸਾਹਮਣੇ ਪਹਿਲੇ ਆਉਂਦੇ ਨੇ। ਉਸ ਤੋਂ ਬਾਅਦ ਨਾਸਰ ਭਾਈ ਨੇ, ਵਕਾਰ ਭਾਈ ਨੇ, ਉਹ ਬੱਚਾ ਵੀ ਮੇਰਾ ਪਹਿਲੇ ਨੰਬਰਾਂ ਤੇ ਜਾਂਦਾ ਕਿਉਂਕਿ ਉਹਨੇ ਮੇਰਾ ਚੈਨਲ ਬਣਾਇਆ, ਮੇਰੀ ਦੁਕਾਨ ਤੇ ਬੈ ਕੇ ਬਣਾਇਆ। ਮੇਰਾ ਚੈਨਲ ਬਿਲਕੁਲ ਖਤਮ ਹੋ ਗਿਆ। ਉਸ ਤੋਂ ਬਾਅਦ ਆਸਮ ਸਈਦ ਕਸੂਰ ਵਾਲੇ, ਉਹਨਾਂ ਨਾਲ ਮੇਰਾ ਰਾਬਤਾ ਹੋਇਆ, ਉਹਨਾਂ ਦੀ ਵੀ ਮਿਹਰਬਾਨੀ, ਉਹਨਾਂ ਨੇ ਮੈਨੂੰ ਉਸਮਾਨ ਦਿੱਤਾ। ਔਰ ਉਸਮਾਨ ਭਾਈ ਐਸੇ ਫਰਿਸ਼ਤੇ ਬੰਦੇ ਨੇ, ਐਸੇ ਫਰਿਸ਼ਤੇ ਬੰਦੇ ਨੇ, ਉਹਨੇ ਕਿਹਾ ਇੰਜ ਮੋਢੇ ਤੇ ਹੱਥ ਰੱਖ ਕੇ ਉਹਨੇ ਕਿਹਾ ਟੈਨਸ਼ਨ ਨਹੀਂ ਲੈਣੀ ਚਾਹਨੀ ਭਾਈ, ਕੰਮ ਹੋ ਜਾਏਗਾ। ਲੋਈ ਐਕਸਲ ਅਕਾਊਂਟ ਦਾ ਰੋਲਾ, ਐਕਸਲ ਅਕਾਊਂਟ ਵੀ ਠੀਕ ਹੋ ਗਿਆ। ਉਸ ਤੋਂ ਬਾਅਦ ਚੈਨਲ ਉੱਡ ਗਿਆ। ਅੱਛਾ, ਤੇ ਹੁਣ ਥੋੜੀ ਜਿਹੀ ਗੱਲ ਕਰਾਂਗੇ। ਇੱਕ ਰਾਤੀ ਵੀ ਵੀਡੀਓ ਦੇਖੀ ਹੈ ਇੱਕ ਬੰਦੇ ਦੀ, ਉਹ ਵਿਚਾਰੇ ਦਾ ਜਦੋਂ ਚੈਨਲ ਨਹੀਂ ਨਾ ਚੱਲਦਾ, ਉਹ ਸਾਡੀਆਂ ਤੁਹਾਡੀਆਂ ਗੱਲਾਂ ਸ਼ੁਰੂ ਕਰਨ ਲੱਗ ਪੈਂਦਾ, ਆਪਣਾ ਹਾਈ ਪੀਜਨ ਕਲੱਬ ਵਾਲਾ, ਠੀਕ ਹੈ, ਹਾਈ ਫਲੈਰ ਵਾਲਾ। ਬਹੁਤ ਜੀ ਗੱਲ ਹੈਗੀ ਹੈ, ਠੀਕ ਹੈ, ਤੁਸੀਂ ਸਾਡੇ ਭਾਈ ਵੀ ਹੋ, ਸਾਡੇ ਭਰਾ ਵੀ ਹੋ। ਜਦੋਂ ਕਿਸੇ ਦੀਆਂ ਬਾਜ਼ੀਆਂ ਲੱਗੀਆਂ ਹੁੰਦੀਆਂ ਤੁਹਾਨੂੰ ਬਹੁਤ ਸ਼ੌਕ ਹੈ ਮੇਰੇ ਨਾਲ ਸ਼ੌਕ ਕਰਨ ਦਾ, ਠੀਕ ਹੈ। ਮੇਰੇ ਬੋਝ ਜੀ ਵਿਸਾਖ ਦੇ ਖਾਲੀ 4 ਤਿਉਹਾਰ ਨਹੀਂ ਲੱਗੇ ਹੋਏ। ਨਹੀਂ ਤੁਸੀਂ ਇਹ ਗੱਲ ਨਹੀਂ ਕਰ ਸਕਦੇ, ਸਮਝੋ, ਉਹਨਾਂ ਨੇ ਤੁਹਾਨੂੰ ਆਵਾਜ਼ ਦਿੱਤੀ ਹੈ। ਹਾਂਜੀ, ਇਹ ਮੇਰੀ ਜਾਨੀ ਮਾਸ਼ਾਅੱਲਾ, ਤੂੰ ਵੀ ਮਾਸ਼ਾਅੱਲਾ ਬੜੇ ਅੱਛੇ ਉਸਤਾਦ ਦਾ ਸ਼ਾਗਿਰਦ ਹੈ। ਅਗਰ ਤੂੰ ਨਾਸਰ ਨੂੰ ਆਵਾਜ਼ ਦੇ ਰਿਹਾ ਨਾ, ਤੇ ਬਾਜ਼ੀ ਨਾਸਰ ਦੇ ਮਤਲਬ ਦੀ ਲੱਗਣੀ, ਤੁਹਾਡੇ ਮਤਲਬ ਦੀ ਨਹੀਂ ਲੱਗਣੀ। ਹਾਂਜੀ ਹਾਂਜੀ, ਤੁਸੀਂ ਆਵਾਜ਼ ਦੇ ਰਹੇ ਹੋ। ਉਹ ਕਹਿੰਦੇ ਨਾ ਕਿ ਅਗਰ ਕਿਸੇ ਨੂੰ ਤੁਸੀਂ ਸ਼ੌਕ ਦੀ ਦਾਵਤ ਦਿੰਦੇ ਹੋ ਨਾ, ਤੇ ਅਗਲੇ ਬੰਦੇ ਦੀ ਮੰਨੀ ਜਾਣੀ ਜੇ। ਤੁਸੀਂ ਤਾਂ ਸ਼ੌਕ ਦੀ ਦਾਵਤ ਦੇ ਦਿੱਤੀ, ਤੁਹਾਡੀ ਨਹੀਂ ਕੋਈ ਮੰਨੀ ਜਾਣੀ। ਇਹ ਜ਼ਿਹਨ 'ਚ ਰੱਖਣਾ। ਨਾਸਰ ਭਾਈ ਦੇ ਜੋ ਸੀਜ਼ਨ ਲੱਗੇ ਆ ਨਾ, ਉਹਨੇ ਉਹ ਸੀਜ਼ਨ ਪਹਿਲੇ ਲਾਣੇ ਨੇ, ਠੀਕ ਹੈ। ਇਹ ਸ਼ੌਕ ਹੈ, ਸ਼ੌਕ ਦੀ ਹੱਦ ਤੱਕ ਰੱਖੋ। ਇਹ ਚੈਨਲ ਚੂਨਲ ਜਿਹੜੇ ਨਾ ਖੁਦਾ ਜਾਣਦਾ, ਮੈਂ ਤਾਂ ਵੀਡੀਓ ਵੀ ਪਾਣੀਆਂ ਛੱਡਦੀ, ਮੈਂ ਤਾਂ ਹੁਣ ਲੋਕਾਂ ਦੇ ਚੈਨਲ ਦੇਖਣੇ ਛੱਡ ਯਾਰ। ਮੈਂ ਹੈਰਾਨ ਹੈਗਾ ਵਾ ਯਾਰ, ਜਿਸ ਬੰਦੇ ਦਾ ਚੈਨਲ ਨਹੀਂ ਨਾ ਚੱਲਦਾ, ਯਕੀਨ ਜਾਂ ਨਿਸ਼ਾਨੀ, ਜਾਂ ਤਾਂ ਮੇਰੀ ਗੱਲ ਸ਼ੁਰੂ ਕਰ ਦਿੰਦਾ, ਜਾਂ ਤੇਰੀ ਗੱਲ ਸ਼ੁਰੂ ਕਰ ਦਿੰਦਾ, ਤੇ ਜਾਂ ਖੋਕਰ ਦੀ ਗੱਲ ਸ਼ੁਰੂ ਕਰ ਦਿੰਦਾ, ਕਦੇ ਤਸਵੀਰਾਂ ਲਾਣੀਆਂ। ਤੇ ਯਾਰ ਮੈਨੂੰ ਕਹਿੰਦੇ ਮੈਂ 5 ਮਹੀਨੇ ਪਹਿਲੇ ਤੈਨੂੰ ਕਹਿ ਰਿਹਾ, ਮੈਂ ਭਾਈ ਮੈਂ ਤੈਨੂੰ ਸਾਲ ਪਹਿਲੇ ਦੀ ਆਵਾਜ਼ ਦਿੱਤੀ ਸੀ ਕਿ ਯਾਰ ਮੇਰੇ ਜਿਸ ਤਰ੍ਹਾਂ ਲੱਗੇ ਨੇ ਉਸ ਤਰ੍ਹਾਂ ਭਾਈ ਜਦੋਂ ਤੇਰਾ ਦਿਲ ਕਰੇ, ਠੀਕ ਹੈ। ਮੇਰੇ ਵਿਸਾਖ ਦੇ 4 ਤਿਉਹਾਰ, ਜੇਠ ਦੇ 2 ਤਿਉਹਾਰ, ਜੇਠ ਦੀਆਂ 7 ਬਾਜ਼ੀਆਂ। ਅਗਰ ਤੈਨੂੰ ਮੇਰੇ ਨਾਲ ਬਹੁਤ ਜ਼ਿਆਦਾ ਸ਼ੌਕ ਇਹਨਾਂ ਦਾ ਭਾਈ, ਦੇਖ ਤੇਰੀ ਮੇਰੀ ਕੋਈ ਲੜਾਈ ਨਹੀਂ, ਠੀਕ ਹੈ, ਨਾ ਤੇਰੀ ਮੇਰੀ ਕੋਈ ਰੰਜਿਸ਼ ਹੈ, ਨਾ ਮੈਂ ਵੀਡੀਓ ਖੇਡਦਾ ਹੁੰਦਾ, ਠੀਕ ਹੈ। ਅਗਰ ਤੁਸੀਂ ਇਹ ਮੇਰੇ ਨਾਲ ਸ਼ੌਕ ਕਰਨਾ ਤੇ ਬਿਸਮਿਲ੍ਲਾ, ਮੈਂ ਤਾਬੇਦਾਰ ਆ ਤੁਹਾਡਾ, ਤੁਸੀਂ ਆ ਜਾਣਾ ਮੇਰੇ ਕੋਲ, ਇਸ ਤਰ੍ਹਾਂ ਸ਼ੌਕ ਹੋ ਜਾਏਗਾ। ਲਿਆਦਾ ਅਗਰ ਤੁਸੀਂ ਕਹੋਗੇ ਕਿ ਜੀ ਮੈਂ ਖਾਲੀ 4 ਤਿਉਹਾਰ ਹੀ ਲਾ ਲਵਾਂ, ਤੇ ਬਹੁਤ ਜੀ ਬਹੁਤ ਮਿਹਰਬਾਨੀ। ਇਹ ਦੇਖੋ ਤੁਸੀਂ ਜਿੱਤੇ। ਜੇ ਤੁਸੀਂ ਉਹ ਚੈਨਲ ਚਲਾਣਾ ਆਪਣਾ ਤੇ ਉਂਝ ਚਲਾਈ ਰੱਖੋ, ਕਿਉਂਕਿ ਤੁਹਾਡਾ ਜਿਸਲੇ ਤੁਸੀਂ ਦੇਖਦੇ ਹੋ ਤੁਹਾਡੇ ਪਿੱਛੋਂ ਵਿਊ ਘੱਟ ਹੋ ਗਏ, ਤੇ ਤੁਸੀਂ ਨਾਲ ਹੀ ਕਦੇ ਮੇਰੀ ਤਸਵੀਰ, ਕਦੇ ਖੋਕਰ ਦਾ ਚੈਨਲ, ਉਹ ਇੰਝ ਕਹਿ ਰਿਹਾ ਤੇ ਉਹ ਇੰਝ ਕਹਿ ਰਿਹਾ। ਯਾਰ ਕਬੂਤਰਬਾਜ਼ੀ ਜਿਹੜੀ ਹੈ ਨਾ, ਨਾਲੇ ਗੱਲ ਸਾਰੀ ਆ ਜਾਂਦੀ ਹੈ ਕਿ ਚਲੇ ਜਿਸ ਤਰ੍ਹਾਂ ਵੀ ਹੈ ਉਹਦਾ ਆਪਣਾ ਫੇਲ ਹੈਗਾ। ਤੇ ਬਹੁਤ ਜੀ ਮਿਹਰਬਾਨੀ ਹੈ ਹਾਈ ਪੀਜਨ ਕਲੱਬ ਵਾਲਿਆਂ ਨੂੰ, ਤੇ ਬਹੁਤ ਜੀ ਨਾ ਇਸ ਤਰ੍ਹਾਂ ਕਰੋ। ਅਗਰ ਤੁਹਾਨੂੰ ਬਹੁਤ ਸ਼ੌਕ ਹੈ ਨਾ, ਤੁਹਾਨੂੰ ਮੈਂ ਦੱਸ ਦਿੱਤਾ ਕਿ ਮੇਰੇ ਇਹ ਸੀਜ਼ਨ ਲੱਗੇ ਨੇ, ਤੇ ਦਿਲ ਕਰੇਗਾ ਤੁਸੀਂ ਆ ਜਾਣਾ, ਦਿਲ ਕਰੇਗਾ ਤੁਹਾਨੂੰ, ਤੁਹਾਡੇ ਘਰ ਬਾਰੇ ਚਾਹੁੰਦੀ ਹੈ ਕਿ ਹਾਂ ਯਾਰ ਮੈਂ ਜੇਠ ਵੀ ਉਡਾਣਾ, ਮੈਂ ਵਿਸਾਖ ਦੇ 6 ਤਿਉਹਾਰ ਵੀ ਉਡਾਣੇ ਨੇ, 4 ਤਿਉਹਾਰ ਵੀ ਉਡਾਣੇ ਨੇ, ਜੇਠ ਦੇ 2 ਤਿਉਹਾਰ ਵੀ ਉਡਾਣੇ ਨੇ, ਤੇ ਵੈਲਕਮ। ਤੇ ਐਵੇਂ ਨਹੀਂ ਫਜ਼ੂਲ 'ਚ ਕਹੀ ਜਾਣਾ ਕਿ ਜੀ ਮੇਰਾ ਬਹੁਤ ਸ਼ੌਕ ਹੈ ਜੀ, ਐਤਕੀ ਸ਼ੌਕ ਹੀ ਇੰਝ ਹੋਏਗਾ। ਤੇ ਯਾਰ ਗਰਜੇ ਵੀ ਤੂੰ, ਅੱਲਾਹ ਪਾਕ ਭਾਈ ਤੈਨੂੰ ਕਾਮਯਾਬ ਕਰੇ। ਗਰਜੇ ਵੀ ਤੂੰ, ਕੋਈ ਨਹੀਂ। ਹਾਂ, ਨਾਸਰ ਦੇ ਜਿਹੜੇ ਸੀਜ਼ਨ ਲੱਗੇ ਨੇ, ਉਹ ਨਾਸਰ ਸਾਰੇ ਸੀਜ਼ਨ ਲਾਉਣ ਨੂੰ ਤਿਆਰ ਹੈ, ਜਦੋਂ ਮਰਜ਼ੀ ਆ ਜਾਵੀਂ। ਤੇ ਬਾਕਾਇਆ ਰਹੀ ਗੱਲ, ਅਗਰ ਤੂੰ ਜ਼ਿੱਦ ਜਾਂ ਕੋਈ ਕਹੀ ਜਾਂ ਨਾਸਰ ਇੰਜ ਹੋ ਗਿਆ, ਭਾਈ ਤੂੰ ਜਿੱਤ ਗਿਆ। ਅਸੀਂ 4 ਤੋਂ ਤੇਰੇ ਨਾਲ ਹੀ ਗੱਲ ਖਤਮ। ਸਾਹ ਜਿਹੜੀ ਗੱਲ ਸਾਡਾ ਜੇਠ ਦੇ 2 ਵੀ ਲਾ, ਤੇ 7 ਬਾਜ਼ੀਆਂ ਜੇਠ ਦੀਆਂ ਵੀ ਲਾ, ਤੇ ਇਸੇ ਤੇਰੇ ਨਾਲ ਸ਼ੌਕ ਕਰਾਂ। ਗੱਲਾਂ ਨੇ ਜਿੱਤਣਾ, ਗੱਲਾਂ ਨਾਲ ਜਿੱਤਣਾ, ਤੇ ਭਾਈ ਤੂੰ ਜਿੱਤ ਗਿਆ, ਠੀਕ ਹੈ। ਲਿਆਦਾ ਜਿਹੜੇ 2 ਇੱਕ ਹੋਰ ਗੱਲ ਕਰ ਲਾਂ ਸਾਹ। ਹਾਂ, ਦੇਖੋ ਦੋਸਤੋ,
ਰਾਜੇ ਦੀ ਛੱਤ ਮੇਰਾ ਭਰਾ ਹੈ, ਉਹ ਮੇਰੀ ਆਪਣੇ ਘਰ ਹੈ, ਮੇਰਾ ਆਪਣਾ। ਹਾਂ ਮੈਂ ਗੱਲ ਕਰਾਂਗਾ ਤੈਨੂੰ, ਇਹ ਗੱਲ ਮੈਂ ਕਰਾਂਗਾ। ਕਈ ਦੋਸਤਾਂ ਭਾਈਆਂ ਨੇ ਮੈਨੂੰ ਕਿਹਾ ਕਿ ਨਾਸਰ ਭਾਈ ਕੀ ਗੱਲ ਹੈ ਕਿ ਸ਼ਾਨੀ ਭਾਈ ਨੇ ਜਿਹੜੀਆਂ ਬਾਦੀਆਂ ਸਰਦਾਰ ਸਾਹਿਬ ਨਾਲ ਬਰਾਬਰ ਕੀਤੀਆਂ ਨੇ ਨਾ, ਸ਼ਾਨੀ ਭਾਈ ਨੂੰ ਰਾਜੇ ਭਾਈ ਨੇ ਛੱਤ ਤੋਂ ਲਾਤਾ ਆਇਆ। ਸਿਰਫ ਇਹਨਾਂ ਇਸ ਬਾਰੇ 'ਚ ਕੁਝ ਦੱਸ ਦਿਓ ਕਿ ਕੀ ਰੀਜ਼ਨ ਹੈਗੀ ਹੈ ਤੇ ਕੀ ਗੱਲਬਾਤ ਹੈਗੀ ਹੈ, ਲੋਕਾਂ ਦੇ ਵੀ ਜ਼ਰਾ ਜ਼ੇਨ ਫਰੈਸ਼ ਹੋ ਜਾਣ। ਦੋਸਤੋ ਪਹਿਲੀ ਗੱਲ ਤੇ ਹੈਗੀ ਕਿ ਨਾਸਰ ਨੇ ਹੁਣੀ ਮੇਰੇ ਨਾਲ ਰਾਜੇ ਦੀ ਛੱਤ ਤੇ ਜਾਣਾ। ਹਾਂ ਔਰ ਮੈਂ ਪਹਿਲੇ ਵੀ ਵੀਡੀਓ ਬਣਾਈ, ਔਰ ਨਾਸਰ ਨੇ ਵੀ ਇੱਕ ਪਹਿਲੇ ਵੀਡੀਓ ਬਣਾਈ ਸੀ ਜਦੋਂ ਮੈਂ ਉੱਥੇ ਛੱਤ ਤੇ ਮੌਜੂਦ ਸੀ। ਇਹ ਦਰਅਸਲ ਗੱਲ ਪਤਾ ਕਿ ਹੁਣ ਸਾਡੇ ਕੋਲ ਜਿਹੜੇ ਹੈਗੇ ਨਾ ਹਰੀਫ ਥੋੜੇ ਜਿਹੇ ਤਗੜੇ ਆ ਗਏ ਮਾਸ਼ਾਅੱਲਾ। ਪਹਿਲੇ ਵੀ ਤਗੜੇ ਸੀ, ਹੁਣ ਮਜ਼ੀਦ ਅੱਛੇ ਤਗੜੇ ਹੋ ਗਏ ਨੇ। ਤੇ ਸਰਦਾਰ ਸਾਹਿਬ ਨੇ ਸਾਨੂੰ ਆਵਾਜ਼ ਦੇਣੀ, ਤੇ ਉਸ ਤੋਂ ਪਹਿਲੇ ਮੈਂ ਕਿਹਾ ਇੱਕ ਸਾਲ ਜ਼ਰਾ ਤਿਆਰੀ ਕਰਕੇ ਸਰਦਾਰ ਸਾਹਿਬ ਨੂੰ ਪੱਕਾ ਵੱਜੀ ਹੈ ਨਾ ਕਿ ਸਮਝਿਓ। ਤੇ ਮੇਰੀਆਂ ਮੈਂ ਸਰਦਾਰ ਸਾਹਿਬ ਨੂੰ ਬਾਦੀਆਂ ਛੱਡੀਆਂ ਨੇ ਬਰਾਬਰ। ਮੈਨੂੰ ਦੱਸੋ ਬਰਾਬਰ ਉੱਥੇ ਹੁੰਦੀਆਂ ਨੇ ਜਦੋਂ ਦੋਨੋਂ ਬੰਦੇ ਆਪਸ 'ਚ ਬਹਿ ਕੇ ਉਹਦੀ ਵੀ ਛੱਤ ਮੌਜੂਦ ਹੋਵੇ, ਉਹਦੀ ਵੀ ਛੱਤ ਮੌਜੂਦ ਹੋਵੇ, ਤੇ ਚਲੋ ਕੰਪਰੋਮਾਈਜ਼ ਕਰ ਲਈਏ ਕਿ ਚਲੋ ਬਰਾਬਰ ਹੋ ਗਈਆਂ। ਉਹ ਮੇਰੀ ਜਾਨ ਦੇ ਟੋਟੇ ਮੈਂ ਤਾਂ ਜਿੱਤਿਆ ਬੈਠਾ ਵਾਂ, ਉਹਦੀ ਤਾਂ ਛੱਤ ਖਤਮ ਹੋ ਗਈ ਹੈ ਤੇ ਮੇਰੀ ਛੱਤ ਮੌਜੂਦ ਹੈ। ਸ਼ਾਨੀ ਭਾਈ ਇਹ ਕਹਿ ਰਹੇ ਨੇ ਕਿ ਮੈਂ ਤੁਹਾਨੂੰ ਪੈਸੇ ਛੱਡੇ। ਮੈਂ ਪੈਸੇ ਛੱਡੇ ਨੇ। ਹਾਂ ਪੈਸੇ ਛੱਡੇ ਨੇ ਤੁਹਾਨੂੰ। ਪੈਸੇ ਛੱਡਣ ਦਾ ਮਕਸਦ ਇਹ ਹੈਗਾ ਕਿ ਬਾਦੀਆਂ ਤੁਹਾਡੀਆਂ ਸ਼ਾਨੀ ਦੀ ਛੱਤ ਅਜੇ ਵੀ ਮੌਜੂਦ ਹੈਗੀ। ਛੱਤ ਤੁਹਾਡੀ ਖਤਮ ਹੋਈ ਹੈ, ਤੁਹਾਡੇ ਕੋਲ ਲੋੜ 'ਚ ਕੋਈ ਛੱਤ ਨਹੀਂ ਹੈ। ਸ਼ਾਨੀ ਭਾਈ ਨੇ ਤੁਹਾਨੂੰ ਪੈਸੇ ਛੱਡੇ, ਬਕਾਇਆ ਸਰਦਾਰ ਸਾਹਿਬ ਮੈਂ ਨਹੀਂ ਛੱਡਾਂਗਾ। ਗੱਲ ਯਾਦ ਰੱਖੀ। ਨਹੀਂ ਉਹ ਪਾਬੰਦ ਹੈ ਸਰਦਾਰ ਸਾਹਿਬ, ਤੁਸੀਂ ਨਾਸਰ ਨੂੰ ਬਾਜ਼ੀ ਦੇਣ ਦੇ ਪਾਬੰਦ ਜੇ। ਠੀਕ ਹੈ ਮੈਂ ਛੱਡੀ ਹੈ, ਮੇਰਾ ਆਪਣਾ ਫੇਰ ਸੀ। ਮੈਂ ਇੱਕ ਗੱਲ ਕੀਤੀ ਸੀ, ਇੱਕ ਜ਼ੁਬਾਨ ਸੀ, ਉਹ ਜ਼ੁਬਾਨ ਤੋਂ ਗਾਂਡੂ ਬੰਦਾ ਹੋਣ ਵਾਲਾ ਮੈਂ ਨਹੀਂ ਹੈਗਾ। ਮੈਂ ਸਿਰਫ ਪੈਸੇ ਛੱਡੇ ਸਾਨੂੰ। ਠੀਕ ਹੈ ਰਹੀ ਗੱਲ ਜਿਹੜੀ ਬਾਜ਼ੀ, ਉਹ ਪੈਸੇ ਛੱਡੇ ਜਾਂ ਬਾਜ਼ੀ ਉਹ ਖਤਮ ਹੀ ਹੋ ਗਈ। ਪੈਸੇ ਛੱਡ ਦਿੱਤੇ ਤਾਂ ਬਾਜ਼ੀ ਖਤਮ ਹੋ ਗਈ। ਲੇਕਿਨ ਇਹ ਤੂੰ ਹਿਸਾਬ ਲਾ ਲੈ ਕਿ ਤੂੰ 99% ਹਾਰ ਕੇ ਬੈਠਾ ਹੈ, ਕਿਉਂਕਿ ਤੇਰੀ ਛੱਤ ਖਤਮ ਹੋ ਗਈ ਹੈ। ਤੂੰ 1% ਤੇ ਤੂੰ ਆ ਜਾਵੇਂ ਤੇ ਉਹ ਬਾਜ਼ੀ 100 ਹੋ ਜਾਵੇ। ਹੁਣ ਤੁਸੀਂ ਚੈਨਲ ਦੇ ਵਿੱਚ ਖਲੋ ਕੇ ਆਪਣੀ ਸੱਚਾਈ ਪੈਦਾ ਕਰੋ ਕਿ ਜੀ ਸ਼ਾਨੀ ਭਾਈ ਨੇ ਜੀ ਬਾਜ਼ੀਆਂ ਮੇਰੀਆਂ ਇੱਧਰੋਂ ਕਰਤੀਆਂ, ਬੜੀ ਮਿਹਰਬਾਨੀ ਸ਼ਾਨੀ ਭਾਈ ਦੀ। ਯਾਰ ਹਕੀਕਤ ਦੱਸ ਕਿ ਹਕੀਕਤ ਕੀ ਸੀ। ਹਕੀਕਤ ਇਹ ਸੀ ਕਿ ਤੁਹਾਨੂੰ ਸ਼ਾਨੀ ਭਾਈ ਨੇ ਪੈਸੇ ਛੱਡੇ ਨੇ। ਬਾਜ਼ੀਆਂ ਤੁਸੀਂ ਅਜੇ ਵੀ ਜੇ ਪੈਸੇ ਨਹੀਂ ਛਡਵਾਉਣਾ ਚਾਹੁੰਦੇ ਨਾ ਤੇ ਸ਼ਾਨੀ ਭਾਈ ਅਜੇ ਵੀ ਮੇਰੀ ਆਲੀ ਛੱਤ ਮੌਜੂਦ ਹੈ, ਮੈਨੂੰ ਕੋਈ ਟੈਨਸ਼ਨ ਨਹੀਂ। ਔਰ ਜਿਹੜੇ ਕਹਿੰਦੇ ਨਾ ਕਿ ਇਹ ਸ਼ਾਨੀ ਨੂੰ ਯਾਰ ਦੇਖੋ ਤੁਸੀਂ ਮੇਰੇ ਜਿਹੜੇ ਵੀਵਰ ਨੇ ਨਾ, ਮੈਂ ਉਹਨਾਂ ਨੂੰ ਕੱਢ ਕੇ ਕਹਿ ਰਿਹਾ ਜੇ ਕੋਈ ਇਲਾਕੇ ਦੇ ਕੋਈ ਦੋਸਤ ਹੁੰਦੇ ਨੇ, ਕੋਈ ਇਸ ਤੋਂ ਬਾਹਰ ਦੇ ਵੀ ਹੋ ਸਕਦੇ ਨੇ। ਮੈਂ ਇਹ ਵਿਸਾਖ ਜਿਹੜਾ ਤਾਰਸ਼ਾਹ ਸਾਹਿਬ ਦੀ ਛੱਤ ਤੋਂ ਮੇਰੀ ਆਪਣੀ ਛੱਤ ਤੇ ਮੈਂ ਲੈ ਵੀ ਲਈ, ਔਰ ਇੱਕ ਦੋ ਬੰਦੇ ਉੱਥੇ ਗਏ ਵੀ ਨੇ, ਕਨਫਰਮ ਕਰਨ ਵੀ ਗਏ ਨੇ, ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਉਹ ਛੱਤ ਸ਼ਾਨੀ ਦੀ ਹੈ। ਠੀਕ ਹੋ ਗਿਆ। ਉਸ ਤੋਂ ਬਾਅਦ ਇਹ 2025 ਆਣਾ ਨਾ 2026 ਜਿੰਦਾ ਦਿਲ ਕਰੇ ਵਿਸਾਖ ਜੇਠ ਅੱਗੋਂ ਹਾਰਟ ਬੱਚਿਆਂ ਦਾ, ਚਲੋ ਹਾਰਟ ਨਾ ਵੀ ਲਾਓ ਕਿਉਂਕਿ ਬੱਚਿਆਂ ਦੇ ਇਨਸਾਨ ਜਿੰਦਾ ਨਹੀਂ ਕਹੋ, ਇਹਦੇ 'ਚ ਸਾਰੇ ਆ ਜਾਂਦੇ ਨੇ। ਨਹੀਂ ਮੈਂ ਦੱਸਣ ਲੱਗਾ ਜਿਹਨਾਂ ਗੱਲ ਕੀਤੀ, ਜਿਹਦਾ ਦਿਲ ਕਰੇ। ਮੈਂ ਜਿਹਦੇ ਗੱਲ ਕੀਤੀ, ਜਿਹੜੇ ਗੱਲਾਂ ਕਰ ਰਹੇ ਨੇ ਸ਼ਾਨੀ ਉੱਤਰ ਕੇ ਮੈਂ ਉਹਨਾਂ ਦੇ ਬਾਰੇ 'ਚ ਗੱਲ ਕਰ ਰਿਹਾ। ਹੋਰ ਮੈਂ ਕਿਸੇ ਭਰਾ ਲਈ ਨਹੀਂ ਕਰ ਰਿਹਾ ਕਿ ਜਿਹੜੀ ਗਲਤ ਅਫਵਾਹਾਂ ਫੈਲਾ ਰਹੇ ਨਾ, ਇਹ ਅਲਫਾਜ਼ ਉਹਨਾਂ ਲਈ ਨੇ। ਹੋਰ ਬਕਾਇਆ ਮੇਰਾ ਇਲਾਕਾ ਹੈਗਾ, ਮੇਰਾ ਧਰਮਪੁਰਾ, ਆਈ ਲਵ ਯੂ। ਅਸੀਂ ਉਡੀਏ ਨਾ ਉਡੀਏ, ਅਸੀਂ ਰਾਤੀ ਲੋਕਾਂ ਨੇ ਮੈਨੂੰ ਫੋਨ ਕੀਤਾ ਵੀਡੀਓ ਦੇਖ ਕੇ ਕਿ ਨਾਸਰ ਭਾਈ ਕੀ ਗੱਲ ਹੈ, ਸ਼ਾਨੀ ਭਾਈ ਨੂੰ ਤੁਸੀਂ ਦਾਵਤ ਤੇ ਨਹੀਂ ਬੁਲਾਇਆ। ਮੈਂ ਭਾਈ ਮਾਫੀ ਲੈ ਲਈ। ਨਹੀਂ ਮੈਂ ਦੱਸਦਾ, ਮਾਫੀ ਦੀ ਗੱਲ ਨਹੀਂ ਹੈ, ਮਾਫੀ ਦੀ ਗੱਲ ਨਹੀਂ। ਇਨਸ਼ਾਅੱਲਾ ਜਿਹੜੀ ਅਗਲੀਆਂ ਜੋ ਹੋਇਆ ਕਰਨਗੀਆਂ ਨਾ, ਸ਼ਾਨੀ ਸਾਡੇ ਨਾਲ, ਸਾਡਾ ਭਾਈ ਵੀ ਹੈ। ਮੈਂ ਮਾਫੀ ਲੈ ਲਈ। ਕਿਉਂ ਮੈਨੂੰ ਬੜੇ ਲੋਕਾਂ ਨੇ ਕਿਹਾ ਕਿ ਯਾਰ ਸ਼ਾਨੀ ਨਾ ਛੱਤ ਤੇ ਆਵੇ। ਠੀਕ ਹੈ, ਤੇ ਮੈਂ ਉਹਨਾਂ ਨੂੰ ਛੱਡ ਦਿੱਤਾ ਤੇ ਸ਼ਾਨੀ ਨੂੰ ਮੈਂ ਛੱਤ ਤੇ ਲਿਆਂਦਾ। ਦੋਸਤੋ ਇਹ ਜਿਹੜੀ ਦਾਵਤ ਹੈਗੀ ਸੀ ਨਾ ਕੱਲ ਵਾਲੀ, ਇਹ ਸਾਡੇ ਉਸਤਾਦ ਮੋਹਤਰਮ ਚੌਧਰੀ ਅਕਰਮ ਸਾਹਿਬ ਨੇ ਦਿੱਤੀ ਸੀ। ਨਹੀਂ ਉਹ ਵੀ ਮੇਰੇ ਸਾਥ ਨੇ। ਇੱਕ ਮਿੰਟ ਯਾਰ, ਉਹ ਵੀ ਮੇਰੇ ਸਾਥ ਨੇ। ਸਾਡੀ ਪਾਰਟੀ ਮੈਂ ਗੱਲ ਸੁਣ ਲੈ, ਨਾਸਰ ਨਾਲ ਰਾਤੀ ਮੇਰੀ ਗੱਲ ਜ਼ਰੂਰ ਸੀ, ਲੇਕਿਨ ਮੇਰੀ ਕੁਝ ਆਪਣੀ ਮੁਸਰਫੀਆ ਸੀ। ਗੱਲ ਸਿੱਧੀ ਸਾਫ। ਪਾਰਟੀ ਇਹਨਾਂ ਦੀ ਵੀ ਉਹੀ ਹੈ, ਪਾਰਟੀ ਮੇਰੀ ਵੀ ਉਹੀ ਹੈ, ਕਿਉਂਕਿ ਮੇਰੇ ਵੀ ਉਸਤਾਦ ਮੋਹਤਰਮ ਮੇਰੇ ਵੀ ਕਾਬਲੇ ਇਤਰਾਮ ਨੇ, ਕਿਉਂਕਿ ਸਾਡੇ ਵੱਡਿਆਂ ਨਾਲ ਵੀ ਮਾਸ਼ਾਅੱਲਾ ਉਹਨਾਂ ਦਾ ਸ਼ਾਹ ਜੀ ਨਾਲ ਬੜਾ ਅੱਛਾ ਤਲਕ ਹੈ। ਸਾਡੇ ਵੀ ਮੇਰੀ ਆਪਣੀ ਕੋਈ ਮਸਰੂਫੀਆ ਸੀ, ਮੈਂ ਨਹੀਂ ਆ ਸਕਿਆ। ਗੱਲ ਹੈ ਸਿੱਧੀ ਸਾਫ। ਠੀਕ ਹੈ ਬਕਾਇਆ ਨਾਸਰ ਜਾਂ ਉਸਤਾਦ ਅਕਰਮ ਨਾਲ ਕਿਸੇ ਤਰੀਕੇ ਦਾ ਕੋਈ ਗਿਲਾ ਨਹੀਂ। ਕਹਿੰਦਾ ਮਤਲਬ ਕਿ ਨਾਸਰ ਨਾਲ ਮੇਰੀ ਰਾਤੀ ਹੋਈ ਗੱਲ, ਰਾਤੀ ਮੈਂ ਕੀਤੀ, ਕੱਲ ਨਹੀਂ ਹੋਈ ਸੀ, ਕੱਲ ਰਾਤੀ ਮੇਰੀ ਇਹਦੇ ਨਾਲ ਮਾਨੀ ਕਰਾਣੀ ਗੱਲ ਹੋਈ ਹੈ। ਮੇਰੀ ਨਾਸਰ ਦੀ ਜੋ ਵੀ ਹੋਈ ਉਹ ਆਪਸ 'ਚ ਹੋਈ ਹੈ, ਤੇ ਮੈਂ ਆਪਣੀ ਮਸਰੂਫੀਅਤ ਦੀ ਵਜ੍ਹਾ ਤੋਂ ਨਹੀਂ ਆ ਸਕਿਆ। ਲੇਕਿਨ ਜਿਹੜੇ ਕੁਝ ਲੋਕ ਕੁਝ ਦੋਸਤ ਇਹ ਗੱਲ ਕਰਦੇ ਨਾ, ਹੁਣ ਨਾਸਰ ਜਾਏਗਾ ਮੇਰੇ ਛੱਤ ਤੇ, ਉਹ ਕਹਿੰਦੇ ਨਾ ਕਿ ਅੱਛੇ ਕਬੂਤਰ ਨਹੀਂ ਲੱਭਦੇ, ਸਭ ਲੱਭਦੇ। ਖੁਦਾ ਦੀ ਕਸਮ ਮੈਂ ਉਹ ਕਬੂਤਰ ਖਾਵਾਂਗਾ, ਝੂਠੇ ਦੇ ਖੁਦਾ ਦੀ ਲਾਨਤ। ਸ਼ਾਨੀ ਭਾਈ ਪੈਸੇ ਬੋਲ ਕੇ ਮੈਂ ਪੈਸੇ ਬੋਲ ਕੇ ਦੱਸਾਂਗਾ ਮੈਂ ਕਿੰਨੇ ਦਾ ਕਬੂਤਰ ਲਿਆ। ਮੈਂ ਕੀ ਕਹਿ ਰਿਹਾ, ਝੂਠੇ ਦੇ ਖੁਦਾ ਦੀ ਲਾਨਤ। ਮੈਂ ਪੈਸੇ ਬੋਲ ਕੇ ਦੱਸਾਂਗਾ ਮੈਂ ਕਿੰਨੇ ਦਾ ਕਬੂਤਰ ਲਿਆ, ਆਪਣੀ ਅਕਲ ਨਾਲ, ਆਪਣੀ ਸਮਝ ਨਾਲ। ਇਹ ਸਾਰੀ ਜ਼ਿੰਦਗੀ ਆ ਭੈਣ ਜੋ ਦਾੜੀਆਂ ਚਿੱਟੀਆਂ ਹੋ ਗਈਆਂ, ਰਗੜ ਕਰਕੇ ਅਸੀਂ ਐਡੇ ਹੀ ਰਹਿ ਗਏ, ਕਾਹਦੇ ਤੋਂ ਰਹਿ ਗਏ। ਇਹ ਜਨਾਬ ਅਸੀਂ ਕੋਈ YouTube ਜਾਂ ਕੋਈ ਫੁੱਦੂ ਖਾਤੇ 'ਚ ਅਸੀਂ ਇੱਥੇ ਤੱਕ ਨਹੀਂ ਪਹੁੰਚੇ। ਅੱਲਾਹ ਪਾਕ ਦਾ ਬੜਾ ਆਸਾਨ ਹੈ, ਬੜੀ ਰਹਿਮਤ ਹੈ, ਮੇਰੇ ਮਾਲਕ ਦਾ ਬੜਾ, ਕਿ ਅਸੀਂ ਅੱਜ ਤੱਕ ਇੱਥੇ ਪਹੁੰਚੇ ਆ। ਤੇ ਬਕਾਇਆ ਰਹੀ ਗੱਲ ਸਾਡੇ ਕੋਲ ਕਿਹੜੇ ਅਸੀਂ ਕੋਈ ਪੈਸੇ ਸੀ, ਕੋਈ ਸੋਨੇ ਦੀ ਚਮਚੀਆਂ ਲੈ ਕੇ ਅਸੀਂ ਪੈਦਾ ਹੋਏ ਸੀ, ਜਾਂ ਸਾਡੇ ਪਿਓ ਦੇ ਵਿੱਚ ਸਾਰੀ ਜ਼ਿੰਦਗੀ 400-500 ਦੇ ਕਬੂਤਰ ਲਿਆ ਕੇ ਜੋੜਾ ਲਾਇਆ, ਉਹੀ ਡਾਏ ਨੇ।
ਤੇ ਇਹ ਕੋਈ ਜ਼ਰੂਰੀ ਨਹੀਂ ਕਿ 50,000 ਦਾ ਕਬੂਤਰ ਹੋਏਗਾ ਤੇ ਬੱਚਾ ਡਾਏਗਾ ਜੀ, 20,000 ਦਾ ਕਬੂਤਰ ਹੋਏਗਾ ਤੇ ਬੱਚਾ ਖੁਦਾ ਦੀ ਡਾਏਗਾ। ਕਸਮ ਨਾਸਰ ਜਾ ਦਿਮਾਗ ਹੋਵੇ। ਇੱਕ ਮਿੰਟ 50,000 ਵਾਲੇ ਜੋੜੇ ਜਿਹੜੇ ਲੈ ਨਾ ਔਰ ਨਾਸਰ ਭਾਈ ਉਹਦਾ ਸ਼ੌਕ ਵੀ ਕਰਾਣਗੇ। ਉਹ 4,000 5,000 ਰੁਪਏ ਵਾਲਾ ਇੱਕ ਜੋੜਾ ਹੈਗਾ ਮੇਰੇ ਕੋਲ, ਉਸ ਤੋਂ ਇਲਾਵਾ ਵੀ ਮੈਂ ਫੜੇ ਕਬੂਤਰ ਲਾਏ ਨੇ, ਉਹ ਵੀ ਦਿਖਾ ਦਿਆਂਗਾ। ਤੇ ਲੋ ਜੀ ਉਹ 50,000 ਵਾਲੇ ਬੱਚੇ ਤੇ ਉਹ 4,000 ਵਾਲੇ ਬੱਚੇ, ਮੈਂ 50,000 ਵਾਲਾ ਵੀ ਦਿਖਾ ਦਿਆਂਗਾ, ਐਡੀ ਗੱਲ ਕੋਈ ਨਹੀਂ ਹੈਗੀ। ਅਕਲ ਸਮਝ ਨਾਲ ਕਬੂਤਰ ਬਣਦੇ ਜੇ, ਮਾਨੀ ਗੁਰਾਨੀ ਗੱਲ ਕਰਨੇ ਉਸ ਜੋੜੇ ਦੇ ਬੱਚੇ ਹੀ ਨਹੀਂ ਉੱਡੇ, ਨਹੀਂ ਉੱਡਦੇ ਹੀ ਨਹੀਂ ਪਹਿਲੇ ਯਾਰ। 2 ਜੋੜੇ ਲਏ ਉਹਨਾਂ ਦੇ ਵੀ ਨਹੀਂ ਉੱਡੇ, ਉਸ ਤੋਂ ਬਾਅਦ 2 ਜੋੜੇ ਲਏ ਉਹਨਾਂ ਦੇ ਵੀ ਨਹੀਂ ਉੱਡੇ। ਔਰ ਲਾਹੌਰ ਹੈ ਸਾਡਾ, ਲਾਹੌਰ ਦੇ ਬੜੇ ਮਾਸ਼ਾਅੱਲਾ ਮੰਨੇ ਤੇਨੇ ਉਸਤਾਦ ਨੇ, ਲੇਕਿਨ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਲਾਹੌਰ ਦੀ ਇੱਜ਼ਤ ਸਾਡੀ ਇੱਜ਼ਤ ਹੈ। ਅੱਗੇ ਇੱਕ ਦਫਾ ਨਾਮ ਲੈ ਲਿਆ ਸੀ, ਲੇਕਿਨ ਉਹਨਾਂ ਨੇ ਕੁਝ ਗਲਤ ਰੀਜ਼ਨ ਲੈ ਲਿਆ, ਰੰਗ ਹੀ ਕੁਝ ਹੋਰ ਪਾਸੇ ਦੇਤਾ ਜੀ। ਕੋਈ ਮੇਰੇ ਇਹਨਾਂ ਨੇ ਕੱਟ ਕੇ ਜੋੜੇ ਪਾ ਕੇ ਤੇ ਮੈਨੂੰ ਕਹਿ ਰਹੇ ਜੀ ਕਿ ਇਹ ਹੁਣ ਵਾਪਸ ਲੈ ਲਓ। ਉਹ ਉਸਤਾਦਨ ਮੋਹਤਰਮ ਤੱਕ ਗੱਲ ਪਹੁੰਚ ਜਾਵੇ ਤੇ ਬੜੀ ਮਿਹਰਬਾਨੀ ਉਸਤਾਦ ਜੀ, ਤੁਹਾਡੇ ਜੋੜਿਆਂ ਨੂੰ ਕਬੂਤਰ ਤੁਹਾਨੂੰ ਮੁਬਾਰਕ, ਸਾਡੇ ਠੱਪੇ ਸਾਨੂੰ ਮੁਬਾਰਕ। ਓਕੇ ਜੀ, ਅੱਲਾਹ ਦੋਸਤੋ ਬਕਾਇਆ ਇੰਨੇ ਮਹਿੰਗੇ ਕਬੂਤਰ ਲੈਣ ਦੀ ਕੋਈ ਲੋੜ ਨਹੀਂ ਹੈ। ਅਗਰ ਤੁਹਾਡੇ ਕੋਲ ਦਿਮਾਗ ਹੈ ਨਾ ਤੇ ਯਕੀਨ ਜਾਣੇ ਕਿ 2000 ਰੁਪਏ ਦੇ ਵਿੱਚ VIP ਜੋੜਾ, ਜਿਹਨੂੰ ਕਹਿੰਦੇ ਨਾ VIP ਜੋੜਾ ਬਣਦਾ ਜੇ। ਸਾਰੀ ਗੱਲ ਦਿਮਾਗ ਦੀ ਏ, ਇਹ ਇੱਕ ਸਿਰਫ ਗੱਲਾਂ ਬਣੀਆਂ ਨੇ ਕਿ ਲੋਕਾਂ ਕੋਲੋਂ ਪੈਸੇ ਲੈਣ ਦਾ ਇੱਕ ਟ੍ਰਿਕ ਹੈਗਾ ਕਿ ਜੀ 50,000 ਦਾ ਕਬੂਤਰ, 20,000 ਦਾ ਕਬੂਤਰ, 30,000 ਦਾ ਕਬੂਤਰ। ਤੇ ਕਬੂਤਰਬਾਜ਼ੀ ਇੱਕ ਖਰਬੂਜ਼ਾ ਹੈ, ਠੀਕ ਹੈ। ਬੜੀ ਮਜ਼ੇ ਦੀ ਗੱਲ ਜੇ, ਮੈਂ ਕਿਸੇ ਨੂੰ ਅੱਲਾ ਮਾਫੀ ਦਾ ਤੰਜ਼ ਨਹੀਂ ਕਰ ਰਿਹਾ। ਇਹ ਕਬੂਤਰ ਮੇਰੇ ਬੜੇ ਅੱਛੇ ਦੋਸਤ ਨੇ, ਉਹਨਾਂ ਨੂੰ ਕਰਾਚੀ ਜਾ ਰਿਹਾ ਤੇ ਮੈਂ ਤੁਹਾਨੂੰ ਦੱਸਣਾ ਰੇਟ ਕਿਸ ਤਰ੍ਹਾਂ ਵੱਧਦਾ, ਕੀ ਕਿਸ ਤਰ੍ਹਾਂ ਵੱਧਦਾ, ਰੇਟ ਕਿਸ ਤਰ੍ਹਾਂ ਵੱਧਦਾ। ਅਸੀਂ 10,000 ਦਾ ਜੋੜਾ ਦਿੰਦੇ ਆ, ਤੁਹਾਡੀ ਮਰਜ਼ੀ ਦਾ 5,000 ਦਾ ਵੀ ਦਿੰਦੇ ਆ, ਲੇਕਿਨ ਜਿਹੜੇ ਨਾਸਰ ਭਾਈ ਕਹਿੰਦੇ 1,000 2,000 ਦਿੰਦਾ, ਇਹਦੇ 'ਚ ਕਬੂਤਰ ਨੂੰ ਸਾਦੇ ਕਬੂਤਰ ਹੋ ਜਾਂਦੇ ਨੇ। ਲੋਕਾਂ ਨੂੰ ਸਿਰਫ ਦੋਸਤਾਂ ਨੂੰ ਇਹ ਹੁੰਦਾ ਕਿ ਯਾਰ ਗੋਲਡਨ ਟੈਰੀ ਹੋਣ ਤਾਂ ਸਾਡਾ ਮਾਹੌਲ ਉਹ ਹੋਰ ਹੋ ਜਾਏਗਾ, ਸਾਦੇ ਜੌਂਸਲੇ ਹੋਣਗੇ ਉਹਦਾ ਮਾਹੌਲ ਹੋਰ ਹੋ ਜਾਏਗਾ, ਠੀਕ ਹੈ। ਹੁਣ ਇਹ ਕਬੂਤਰ ਮੈਂ ਫੜਿਆ ਜੇ, ਓਏ ਹੋਏ 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 ਹੋਏ, ਹਾਂ ਕੀ ਬਾਤ ਹੈ। ਇੱਕ ਤੇ ਮੈਂ ਹੈਰਾਨ ਆ ਹਰ ਕਬੂਤਰ ਨੂੰ ਓਏ ਓਏ ਅੱਛਾ ਜੀ, ਓਏ ਹੋਏ ਹੋਏ, ਮੈਂ ਕਹਿੰਦਾ ਕੀ ਅੱਛਾ ਦੋਸਤੋ, ਇਹਦੇ 'ਚ ਇਹ ਪੜੀਆਂ ਵੀ ਦੇਖੀ ਦੀਆਂ ਨੇ, ਇਹ ਉਤਲੀਆਂ ਪੜੀਆਂ ਵੀ ਦੇਖੀਆਂ ਨੇ, ਪੜ ਦੀ ਚੜਾਈ ਵੀ ਦੇਖੀ ਦੀ ਏ, 9ਵਾਂ 10ਵਾਂ ਵੀ ਦੇਖੀ ਦਾ, ਹੱਡੀ ਵੀ ਦੇਖੀ ਦੀ, ਜੋੜ ਵੀ ਦੇਖੀ ਦਾ। ਸਾਹਮਣੇ ਵੱਡਾ ਹੁੰਦਾ ਬੋਡੀ ਸਟਰਕਚਰ। ਜਦੋਂ ਅਸੀਂ ਥੱਲੋਂ ਚੀਜ਼ ਚੈੱਕ ਕਰਨੀ ਨਾ, ਇਹ ਵਾਲੀ ਚੀਜ਼ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਏ, ਜੋੜ ਦੇ ਉੱਤੇ ਮਾਸ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਹੱਡੀ ਕਿਸ 3 ਇੰਚੀ ਹੈ, 2.5 ਇੰਚੀ ਹੈ, 4 ਇੰਚੀ ਹੈ, ਬੜਾ ਇਹ ਚੀਜ਼ਾਂ ਨਾ ਹੋਰ ਚੀਜ਼ਾਂ ਨੇ। ਅੱਛਾ ਜੀ, ਹੁਣ ਨਾਸਰ ਭਾਈ ਕਹਿੰਦੇ ਨੇ ਕਿ ਜੀ ਮੈਂ ਤੈਨੂੰ ਦੇਣਾ ਵਾ ਇਸ ਕਬੂਤਰ ਦਾ 20,000 ਰੁਪਈਆ ਦੇਣਾ ਮੈਨੂੰ, ਮੇਰਾ ਤੇ 20 ਪੱਕਾ ਕਰਤਾ ਨਾ ਨਾਸਰ ਨੇ। 20 ਦੇ ਉੱਤੇ ਤੁਸੀਂ ਹੁਣ ਗੱਲ ਕਰਨੀ ਹੈ ਤੇ ਮੁਹੱਦ ਦੀਆਂ ਕਸਮਾਂ ਨਹੀਂ, ਹੁਣ 20 ਦੇ ਉੱਤੇ ਗੱਲ ਕਰਨੀ, 20,000 ਨਾਸਰ ਦੇ ਰਿਹਾ ਮੈਨੂੰ ਤੇ ਮੈਂ ਕਹਿਣਾ ਨਹੀਂ ਨਹੀਂ ਨਾਸਰ ਭਾਈ ਮੈਂ ਤਾਂ 50 ਤੋਂ ਥੱਲੇ ਨਹੀਂ ਦੇਣਾ, ਮੇਰਾ 50 ਪੱਕਾ। ਕੀ ਹੋ ਗਿਆ? 50 ਪੱਕਾ, ਮੇਰਾ 50 ਪੱਕਾ। ਕਸਮ ਖਾਣ ਲਈ ਵੀ ਤਿਆਰ ਆ, ਕਸਮ ਖਾਣ ਲਈ 20 ਲੱਗਾ, 20 ਲੱਗਾ, ਮੈਂ ਤਾਂ ਕਸਮ ਖਾਵਾਂਗਾ ਕਿ ਨਾਸਰ ਨੇ ਮੇਰਾ 20 ਲਾ। ਮੈਂ ਨਾ ਇਸ ਚੀਜ਼ ਤੇ ਤੈਨੂੰ ਗੱਲ ਮਿਸਾਲ ਦੇਣਾ, ਬੜੀ ਵੱਡੀ ਮਿਸਾਲ ਹੈ ਸਾਡੇ ਕਸਾਈਆਂ ਦੀ। ਇਹ ਸ਼ੋਕਰਾ ਇਹ ਚਪੜੇ ਦਾ ਰੱਖਾ 50,000 ਰੁਪਏ ਦੇ ਉੱਤੇ ਅਗਰ ਬੱਚੇ ਨਾਲ ਡਾਏ ਤੇ ਗੱਲ ਹੋਈ, ਉਹਦਾ ਖਾਨਦਾਨੀ ਇਹਨੂੰ ਕਹ ਹਿਲ ਕੇ ਦਿਖਾਈ, ਓਏ ਹਿੱਲੀ ਨਾ ਓਏ, ਆ ਵੇਖ ਖਾਨਦਾਨੀ ਹੈ ਆਪਣੀ ਜਗ੍ਹਾ ਥੋੜੀ ਹਿਲਦਾ। ਲੋ ਜੀ ਇਹ ਦੋਸਤੋ ਸ਼ੌਕ ਕਰੋ, ਹੁਣ ਦੱਸੋ ਇਹੀ ਕਬੂਤਰ ਜਿਹੜੇ ਨੇ ਇਹਨਾਂ ਨੂੰ ਰੰਗ ਰੁੰਗ ਨਾ ਸਾਡੇ ਲੱਗੇ ਹੋਣ ਤੇ ਸੇਬੇ ਵਾਲਾ ਤੇ ਸੇਬੇ ਵਾਲੇ ਬਣ ਜਾਣਗੇ, ਜਿਹਨੂੰ ਮਰਜ਼ੀ ਦੇ ਦਿਓ। ਮਗਰ ਕੀ ਇਹ ਅਸੀਂ ਛੱਡੇ ਨੇ ਕਬੂਤਰ ਬਾਹਰ। ਤੇ ਐਸੇ ਤਰ੍ਹਾਂ ਹੀ ਦਿਮਾਗ ਹੋਵੇ ਨਾ, ਇਸ ਕਬੂਤਰ ਦੇ ਨਾਲ ਤੁਸੀਂ ਕੋਈ ਸਿਆਲ ਕੁੱਟਣ ਮਾਦੀ ਲਾ ਦਿਓ, ਠੀਕ ਹੈ। ਤੇ ਮੈਂ ਕਹਿੰਦਾ ਵਾ ਕਿ ਅਖੀਰ ਕਰ ਦੇਵੇਗਾ। ਸਿਰਫ ਕੀ ਹੈ, ਇਹ 20,000 ਦਾ ਨਹੀਂ ਹੈ, ਇਹ ਸਿਰਫ ਇੱਕ ਫੜਿਆ ਹੋਇਆ ਕਬੂਤਰ ਹੈ। ਤੇ ਉਸ ਤਗੜਾ ਨਾ ਹੁੰਦਾ ਰੰਗ ਲੱਗਾ ਤੇ ਸੇਬੇ ਵਾਲਾ 10,000 ਦਾ ਜੋੜਾ ਤੇ ਐਵੇਂ ਹੋਏ ਗਿਆ ਸੀ। ਨਹੀਂ ਨਾ, ਮੈਂ ਪਹਿਲੇ ਰੰਗ ਲੱਗਾ ਤੇ ਮੈਂ ਹੁਣ ਲਾਇਆ ਰੰਗ ਕੇ ਮੈਂ ਛੱਡਿਆ ਕਿ ਯਾਰ ਛੱਡ ਇਹਨੂੰ ਵੀ। ਤੇ ਉਸਤਾਦ ਜ਼ੁਲਫੀ ਸਾਹਿਬ, ਬਾਬਾ ਜ਼ੁਲਫੀ ਸਾਹਿਬ ਦੀ ਨਾ ਮੈਨੂੰ ਗੱਲ ਉਸ ਦਿਨ ਬੜੀ ਚੰਗੀ ਲੱਗੀ। ਉਹਨਾਂ ਨੇ ਮੇਰੇ ਮਤਲਬ ਦੀ ਗੱਲ ਕੀਤੀ ਕਿ 300 ਵਾਲਾ ਕਬੂਤਰ ਵੀ ਜਿਹੜਾ ਨਾ ਉਹ ਵੀ ਬੱਚੇ ਡਾਂਦਾ ਜੇ, ਸਿਰਫ ਦਿਮਾਗ ਹੋਵੇ ਤੇ ਜ਼ੇਨ ਹੋਵੇ ਨਾ, ਕਬੂਤਰਬਾਜੀ ਦੀ ਪਰਖ ਹੋਵੇ ਨਾ, ਕਬੂਤਰਬਾਜੀ ਦੀ ਪਛਾਣ ਹੋਵੇ ਨਾ। ਤੇ ਦੋਸਤੋ ਮਤ ਇੰਨੇ ਪੈਸੇ ਵੱਡੇ ਖਰਚਿਆ ਕਰੋ, 20,000 ਦਾ ਕੱਲਾ ਕਬੂਤਰ, 50,000 ਦਾ ਜੋੜਾ, ਫਲਾਣਾ ਜੋੜਾ। ਯਾਰ ਮੈਂ ਸ਼ਾਨੀ ਭਾਈ ਨੇ ਮੇਰੇ ਸਾਹਮਣੇ 70,000 ਦੇ ਜੋੜੇ ਲੈ ਸਰਦੀਆਂ 'ਚ ਤੂੰ ਡੰਡੇ ਮਾਰੇ ਬੱਚਿਆਂ ਨੂੰ, ਕੀ ਕੀਤਾ ਉਹਨਾਂ ਦਾ ਰਿਜ਼ਲਟ? ਜ਼ੀਰੋ ਰਿਜ਼ਲਟ, ਜ਼ੀਰੋ। ਤੇ ਲਿਆਦਾ ਜਿਹੜਾ ਬੰਦਾ ਸ਼ੌਕ ਕਰਦਾ ਨਾ ਆਪਣੇ ਘਰ ਬਾਦੀ ਮੇਕ ਕਰੇਗਾ ਦੋਸਤੋ, ਉਹਦੇ ਘਰੋਂ ਕਬੂਤਰ ਕਦੇ ਚੰਗਾ ਨਹੀਂ ਲੱਭੇਗਾ, ਠੀਕ ਹੈ। ਲਿਆਦਾ ਆਪਣਾ ਖਿਆਲ ਰੱਖਣਾ, ਆਪਣੀ ਸਿਹਤ ਦਾ ਖਿਆਲ ਰੱਖਣਾ। ਸ਼ਾਨੀ ਭਾਈ ਦੀ ਜਿਹੜੀ ਲੋਕਾਂ ਨੂੰ ਗਲਤ ਫਹਿਮੀ ਸੀ, ਉਹ ਇਸ ਕਰਕੇ ਸ਼ਾਨੀ ਭਾਈ ਪੂਰੀ ਕਰ ਦੇਣਗੇ ਵਾਲੀ ਉੱਤੇ ਜਾ ਕੇ ਕਿ ਯਾਰ ਸ਼ਾਨੀ ਭਾਈ ਲੋਕੀ ਕਹਿ ਰਹੇ ਨੇ ਸ਼ਾਨੀ ਭਾਈ ਛੱਤ ਤੋਂ ਉਤਰ ਗਏ ਨੇ ਤੇ ਇਸ ਕਰਕੇ ਬਾਜ਼ੀਆਂ ਬਰਾਬਰ ਕਰਨੀਆਂ। ਦੋਸਤੋ ਸ਼ਾਨੀ ਭਾਈ ਛੱਤ ਤੋਂ ਨਹੀਂ ਉਤਰਿਆ,
ਸਿਰਫ ਸਰਦਾਰ ਸਾਹਿਬ ਨੂੰ ਉਹਨਾਂ ਨੇ ਬਾਜ਼ੀਆਂ ਛੱਡੀਆਂ ਨੇ ਤੇ ਮੈਂ ਤੇ ਹੱਕਦਾਰ ਆ ਨਾ ਲੈਣ ਦਾ ਤੇ ਸਰਦਾਰ ਨਹੀਂ, ਉਹ ਸਾਹਿਬ ਹੱਕ ਇਨਸ਼ਾਅੱਲਾ ਤੁਸੀਂ ਹੱਕ ਲਾਂਗਾ ਲੈਣ। ਤੂੰ ਵੀ ਤੇ ਖੋਕਰ ਵੀ ਤੁਸੀਂ ਸਾਡੇ ਭਰਾ ਹੋ ਵੀਡੀਓ ਬਣਾਇਆ ਕਰੋ ਜ਼ਰਾ ਜਜ਼ਬਾਤ 'ਚ ਨਾ ਬਣਾਇਆ ਕਰੋ ਉਹਦੇ ਵਿੱਚ ਤੁਸੀਂ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਕਹਿ ਕੀ ਰਹੇ ਹੋ ਤੁਸੀਂ ਕਦੇ ਉਸਤਾਦਾਂ ਦੇ ਬਾਰੇ 'ਚ ਕਹਿਣ ਲੱਗ ਪੈਂਦੇ ਕਿ ਉਸਤਾਦ ਚਾਂਦ ਸਾਹਿਬ ਨੂੰ ਕੀ ਮੈਨੂੰ ਸਮਝਾਉਣਗੇ ਤੇ ਬਹੁਤ ਜੀ ਇਸ ਤਰ੍ਹਾਂ ਨਹੀਂ ਹੁੰਦਾ ਠੀਕ ਹੈ ਮਿਲਨੇ ਆ ਇਨਸ਼ਾਅੱਲਾ ਵਿਸਾਖ 'ਚ ਓਕੇ ਸਲਾਮ ਵਾਲੇਕੁਮ